ਉਡੀਕਾਂ 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 ਤੇਰੇ ਆਉਣ ਦੀਆਂ ਉਡੀਕਾਂ 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 ਤੇਰੇ ਆਉਣ ਦੀਆਂ ਉਡੀਕਾਂ 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 ਤੇਰੇ ਆਉਣ ਦੀਆਂ ਉਡੀਕਾਂ ਉਡੀਕਾਂ ਉਡੀਕਾਂ। ਆਜ਼ਾਦ ਰੰਗਮੰਚ ਕਲਾ ਭਵਨ ਫਗਵਾੜਾ ਦਾ ਉਡੀਕਾਂ ਪ੍ਰੋਗਰਾਮ ਦਾ ਯੂਨਿਟ ਅੱਜ ਪਹੁੰਚਿਆ ਹੈ। ਪ੍ਰਸਿੱਧ ਕਵੀ ਜਗੀਰ ਸਿੰਘ ਪ੍ਰੀਤ ਉਹਨਾਂ ਦੇ ਘਰ ਵਿੱਚ, ਔਰ ਅਸੀਂ ਉਹਨਾਂ ਨਾਲ ਉਹਨਾਂ ਦੀ ਜ਼ਿੰਦਗੀ ਤੋਂ ਲੈ ਕੇ ਹੁਣ ਤੱਕ ਦੀ ਲਾਈਫ ਬਾਰੇ ਗੱਲਬਾਤ ਕਰਾਂਗੇ। ਸਾਰੇ ਪਿਆਰ ਨਾਲ ਇਹਨਾਂ ਨੂੰ ਪ੍ਰੀਤ ਵੀ ਕਹਿੰਦੇ ਹਨ। ਸੋ ਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਬਚਪਨ ਦੇ ਬਾਰੇ ਦੱਸੋ ਕਿ ਤੁਹਾਡਾ ਜਨਮ ਕਿੱਥੇ ਹੋਇਆ, ਆਪਣੇ ਮਾਤਾ ਪਿਤਾ ਬਾਰੇ। ਜਨਮ ਸਾਡਾ ਜ਼ਿਲ੍ਹਾ ਐਕਚੁਅਲੀ ਹੁਸ਼ਿਆਰਪੁਰ ਹੈ। ਹਾਂਜੀ। ਕਾਰੋਬਾਰ ਦੇ ਵਿੱਚ ਫਿਰ ਕਿਤੇ ਜਲੰਧਰ ਵੀ ਰਹਿਣਾ ਪਿਆ। ਹੁਣ ਫਲੋਰ ਹੈਗੇ ਆ। ਤੇ ਅਸਲ ਵਿੱਚ ਜਿਹਨੂੰ ਕਹਿੰਦੇ ਪੇਰੈਂਟਲ ਜਿਹੜਾ ਹੈ ਡਿਸਟ੍ਰਿਕਟ ਜ਼ਿਲ੍ਹਾ ਜਿਹੜਾ ਹੁਸ਼ਿਆਰਪੁਰ ਹੈ। ਤੇ ਪੜ੍ਹਾਈ ਕਿੱਥੇ ਹੋਈ ਤੁਹਾਡੀ? ਪੜ੍ਹਾਈ ਵੀ ਸ਼ੁਰੂ ਦੀ ਪੜ੍ਹਾਈ ਹੁਸ਼ਿਆਰਪੁਰ ਹੀ ਹੈ। ਅੱਛਾ। ਥੋੜਾ ਬਹੁਤ ਜਲੰਧਰ ਹੈਗੀ। ਕਿੰਨੇ ਭੈਣ ਭਰਾ ਸੀ ਤੁਸੀਂ? ਭੈਣ ਭਰਾ ਸੀ ਬਹੁਤ ਸਾਰੇ ਹੈਗੇ, ਜਿੱਦਾਂ ਹੁੰਦੇ ਸੀ ਪੁਰਾਣੇ ਟੱਬਰਾਂ 'ਚ। ਹਾਂਜੀ ਹਾਂਜੀ। ਸਾਰੇ ਆਪਣੇ ਆਪਣੇ ਸੈੱਟ ਹੈ, ਆਪਣੇ ਥਾਵਾਂ ਤੇ ਨੇ, ਔਰ ਸਾਰੇ ਕਾਇਮ ਨੇ। ਵੱਡੀ ਗੱਲ ਇਹ ਹੈ। ਠੀਕ ਹੈ। ਸਾਡੇ ਮਾਤਾ ਜੀ 105 106 ਸਾਲ ਦੇ ਹੋ ਗਏ ਤੁਰੇ। ਅੱਛਾ। ਸਾਡੇ ਸਭ ਤੋਂ ਵੱਡੇ ਬ੍ਰਦਰ ਜਿਹੜੇ ਹੈ 93 92 93 ਦੇ ਨੇ। ਅੱਛਾ। ਸਾਰੇ ਭਰਾ ਕਾਇਮ ਹੈ, ਸਾਰੇ ਭੈਣਾਂ ਹੈਗੀਆਂ, ਸਾਰੇ ਆਪਣਾ ਆਪਣਾ ਸੈੱਟ। ਅੱਛਾ। ਤੇ ਪੜ੍ਹਾਈ ਤੋਂ ਬਾਅਦ ਤੁਸੀਂ ਫੌਜ ਵਿੱਚ ਵੀ ਨੌਕਰੀ ਕੀਤੀ ਹੈ? ਹਾਂ, ਪੜ੍ਹਾਈ ਤੋਂ ਬਾਅਦ ਫਿਰ ਆਮ ਪੰਜਾਬ ਦੇ ਵਿੱਚ ਲੋਕਾਂ ਨੂੰ ਬਹੁਤ ਘੱਟ ਹੈ ਸਮੁੰਦਰੀ ਫੌਜ ਜਿਹੜੀ ਹੈ, ਇੰਡੀਅਨ ਨੇਵੀ ਜਿਹਨੂੰ ਕਹਿੰਦੇ। ਹਾਂਜੀ ਹਾਂਜੀ। ਆਮ ਪੰਜਾਬੀ ਲੋਕ ਜਿਹੜੇ ਉਹ ਸਿਰਫ ਫੌਜ ਨਹੀਂ ਫੌਜ ਸਮਝਦੇ ਆ, ਜਿਹੜੀ ਆਰਮੀ ਹੈ। ਹਾਂਜੀ। ਤੇ ਹਵਾਈ ਜਹਾਜ਼ ਉੱਡਦੇ ਆ, ਉਹਨਾਂ ਬਾਰੇ ਉਹਨਾਂ ਨੂੰ ਥੋੜ੍ਹਾ ਜਿਹਾ ਪਤਾ ਵੀ ਹਵਾਈ ਸੈਨਾ ਹੈ। ਹਾਂਜੀ। ਸਮੁੰਦਰ ਸਾਡੇ ਨਾਲ ਨਹੀਂ ਲੱਗਦਾ ਪੰਜਾਬ ਨਾਲ, ਇਸ ਕਰਕੇ ਸਮੁੰਦਰ ਬਾਰੇ ਗਿਆਨ ਬਹੁਤ ਘੱਟ ਹੈ। ਬਿਲਕੁਲ। ਔਰ ਸਮੁੰਦਰ ਬਾਰੇ ਤਾਂ ਪੰਜਾਬ ਦੇ ਲੋਕਾਂ ਨੂੰ ਅੱਜ ਦੀ ਤਰੀਕ ਵਿੱਚ ਵੀ ਬਹੁਤ ਘੱਟ ਅੰਦਾਜ਼ਾ ਹੈ ਕਿ ਕਿੱਡਾ ਕੁ ਹੋਊਗਾ ਸਮੁੰਦਰ। ਜਿਹੜੇ ਉਹਨੂੰ ਕਹਿੰਦੇ ਸਮੁੰਦਰ ਤਾਂ ਜਿੱਥੇ ਤੱਕ ਨਜ਼ਰ ਜਾਂਦੀ ਪਾਣੀ ਹੀ ਪਾਣੀ ਹੁੰਦਾ, ਤਾਂ ਕਈ ਵਾਰੀ ਕਹਿੰਦੇ ਇਹ ਗੱਪ ਮਾਰਦਾ। ਫਿਰ ਉਹ ਤੋਂ ਬਾਅਦ ਨੇਵੀ ਦੇ ਵਿੱਚ ਸਾਡੇ ਇੱਕ ਬ੍ਰਾਂਚ ਹੈਗੀ ਹੈ ਗੋਤਾਖੋਰੀ ਦੀ। ਹਾਂਜੀ ਹਾਂਜੀ। ਡਾਈਵਿੰਗ ਜਿਹਨੂੰ ਕਹਿੰਦੇ ਆ। ਉਹਦੇ ਬਾਰੇ ਜਦੋਂ ਗੱਲ ਕਰੀਦੀ ਸੀ, ਜਦੋਂ ਨੇਵੀ 'ਚ ਸੀ, ਕੋਰਸ ਕੀਤਾ, ਉਦੋਂ ਗੱਲ ਕਰੀਦੀ ਸੀ ਤਾਂ ਲੋਕੀ ਕਹਿੰਦੇ ਝੂਠ ਬੋਲਦੇ ਆ। ਪਾਣੀ ਦੇ ਥੱਲੇ ਜਾਣਾ ਔਰ ਫਿਰ ਜਾ ਕੇ ਕੰਮ ਕਰਨਾ, ਇਹ ਤਾਂ ਨਹੀਂ, ਸੰਭਵ ਨਹੀਂ। ਠੀਕ ਹੈ। ਤੇ ਹੁਣ ਜਦ ਦਾ ਫਿਰ ਟੈਲੀਵਿਜ਼ਨ ਆਇਆ, ਖਾਸ ਕਰਕੇ ਅਮਰੀਕਨ ਟੈਲੀਵਿਜ਼ਨ ਨੇ ਅੰਡਰਵਾਟਰ ਮੂਵੀ ਦਿਖਾਉਣੀਆਂ ਸ਼ੁਰੂ ਕੀਤੀਆਂ। ਅੰਡਰਵਾਟਰ ਗੋਤਾਖੋਰੀ ਦੇ ਵਿੱਚ ਜਿੱਦਾਂ ਸਮੁੰਦਰੀ, ਜਿੱਦਾਂ ਟਾਈਟੈਨਿਕ ਆਈ ਸੀ ਪਿਛਲੇ ਦਿਨਾਂ 'ਚ। ਹਾਂਜੀ। ਤੇ ਉਹ ਜਦੋਂ ਨੌਲੇਜ ਲੋਕਾਂ ਨੂੰ ਪੰਜਾਬ ਦਿਆਂ ਨੂੰ ਵੀ ਮਿਲੀ, ਤਾਂ ਫਿਰ ਲੋਕੀ ਮਹਿਸੂਸ ਕਰਨ ਲੱਗੇ ਕਿ ਸਮੁੰਦਰ ਵੱਡਾ ਵੀ ਹੁੰਦਾ ਹੈ, ਗਹਿਰਾ ਵੀ ਹੁੰਦਾ ਹੈ, ਪਰ ਉਹਦੇ ਥੱਲੇ ਵਰਦੀ ਪਾ ਕੇ ਗੈਸ ਲੈ ਕੇ ਜਾ ਕੇ ਕੰਮ ਵੀ ਕੀਤਾ ਜਾ ਸਕਦਾ। ਹਾਂਜੀ। ਤੇ ਉਹ ਮੇਰੀ ਲਾਈਨ ਸੀ। ਨੇਵੀ ਪੜ੍ਹਾਈ ਕੀਤੀ, ਫਿਰ ਨੇਵੀ ਵਿੱਚ ਭਰਤੀ ਹੋਏ, ਕੋਰਸ ਕੀਤਾ। ਉਹਨਾਂ ਦਿਨਾਂ 'ਚ ਦੁਬਈ ਦੇ ਵਿੱਚ ਬਹੁਤ ਜ਼ੋਰ ਸੀ ਗੋਤਾਖੋਰੀ ਦਾ। ਹਾਂਜੀ। ਜਿਹੜਾ ਸੁਲਤਾਨ ਕਬੂਸ ਹੁਣੇ ਮਰਿਆ, 2 ਸਾਲ ਹੋਏ, ਓਮਾਨ ਦਾ। ਉਹਦੇ ਫਾਦਰ ਨੇ ਸੁਲਤਾਨ ਕਬੂਸ ਨੂੰ ਇੰਗਲੈਂਡ ਪੜ੍ਹਨ ਭੇਜ ਦਿੱਤਾ ਸੰਨ 70 ਦੇ ਆਲੇ ਦੁਆਲੇ, 65 70 ਦੇ ਆਲੇ ਦੁਆਲੇ। ਉਹ ਉੱਥੋਂ ਪੜ੍ਹ ਕੇ ਆਇਆ ਤੇ ਉਹਨੂੰ ਫਿਰ ਦੇਖਿਆ ਇੰਗਲੈਂਡ ਦਾ ਤੇ ਬੰਦਰਗਾਹਾਂ ਦਾ। ਹੁਣ ਆ ਕੇ ਕਿਹਾ ਵੀ ਆਪਣੇ ਓਮਾਨ ਦੇ ਵਿੱਚ ਵੀ ਬੰਦਰਗਾਹ ਬਣਾਈ ਜਾਵੇ। ਅੱਛਾ। ਸਭ ਤੋਂ ਪਹਿਲੀ ਵਾਰੀ ਗਲਫ ਦੇ ਵਿੱਚ ਸੁਲਤਾਨ ਕਬੂਸ ਨੇ ਬੰਦਰਗਾਹ ਬਣਾਈ। ਠੀਕ ਹੈ। ਉਹਨੂੰ ਫਿਰ ਦੇਖਾ ਦੇਖੀ, ਫਿਰ ਬਹਿਰੀਨ, ਦੁਬਈ, ਸਲਾਲਾ ਜੋ ਵੀ ਸੀ ਸਾਰੇ ਉੱਥੇ ਬਣਨੀਆਂ ਸ਼ੁਰੂ ਹੋਈਆਂ। ਤੇ ਉਹਨਾਂ ਦਿਨਾਂ ਵਿੱਚ ਫਿਰ ਬਾਹਰ ਡਿਮਾਂਡ ਬਹੁਤ ਸੀ। ਠੀਕ ਹੈ। ਗੋਤਾਖੋਰੀ ਦੀ, ਡਾਈਵਰ ਦੀ। ਫਿਰ ਮੈਂ ਨੇਵੀ ਛੱਡ ਕੇ ਉੱਧਰ ਚਲਾ ਗਿਆ ਸੀ। ਉੱਧਰ 5-7 ਸਾਲ ਲਾ ਕੇ ਪੈਸਾ ਇਕੱਠਾ ਕਰਕੇ ਆ ਕੇ ਤੇ ਫਿਰ ਹੁਣ ਅੱਜ ਕੱਲ੍ਹ ਫਲੋਰ ਪੈਟਰੋਲ ਪੰਪ ਲਾਇਆ। ਸਮੁੰਦਰ ਦੀਆਂ ਤਹਿਾਂ ਤੱਕ ਕਿੰਨੀ ਕੁ ਵਾਰੀ ਗਏ ਤੁਸੀਂ? ਬਸ ਜਦੋਂ ਇੱਕ ਵਾਰੀ ਕੋਰਸ ਕਰ ਲਿਆ ਤੇ ਫਿਰ ਸਮੁੰਦਰ ਦਾ ਹੀ ਕੰਮ ਕੀਤਾ। ਕਿਸ ਤਰ੍ਹਾਂ ਲੱਗਦਾ ਸੀ ਨਕਲੀ ਸਾਹ ਲੈ ਕੇ ਹਜ਼ਾਰਾਂ ਮੀਲ ਸਮੁੰਦਰ 'ਚ ਥੱਲੇ ਉਤਰਨਾ? ਨਹੀਂ, ਹਜ਼ਾਰਾਂ ਮੀਲ ਤਾਂ ਨਹੀਂ ਹੈ ਉਹ। ਕਿੰਨਾ? ਜਿਹੜਾ ਇੱਕ ਮਾਸਟ ਡਾਈਵਿੰਗ ਹੁੰਦੀ ਹੈ, ਮਾਸਟ ਲਾ ਕੇ ਤੁਸੀਂ ਜਾਂਦੇ ਹੋ, ਉਹ ਪਾਈਪ ਉੱਪਰੋਂ ਜਾਂਦੀ ਹੈ ਹਵਾ ਦੀ, ਜਿਹਦੇ ਨਾਲ ਸਾਹ ਲੈਂਦੇ ਆ। ਉਹ ਜਿੰਨੀ ਪਾਈਪ ਹੈ ਉਨਾ ਤੁਸੀਂ ਜਾ ਸਕਦੇ
ਹੁਣ ਉਸ ਤੋਂ ਬਾਅਦ ਲੇਟੈਸਟ ਫਿਰ ਆ ਗਈ ਜੀ ਸਿਲੰਡਰ ਪਿੱਠ ਦੇ ਉੱਤੇ ਰੱਖ ਕੇ, ਹਾਂ ਲੇਕਿਨ ਉਹ ਵੀ ਤੁਸੀਂ ਹਜ਼ਾਰਾਂ ਨਹੀਂ ਕਰਦੇ, ਜਿਹੜਾ ਥੋੜਾ ਜਿੰਨਾ ਕੁ ਤੁਹਾਨੂੰ ਦੱਸਿਆ ਗਿਆ ਜਿੰਨਾ ਕੰਮ ਹੈ, ਕਿਉਂਕਿ ਥੱਲੇ ਅੰਡਰਗਰਾਊਂਡ ਬਹੁਤ ਜ਼ਿਆਦਾ ਹੈ, ਤੁਸੀਂ ਮਾੜਾ ਜਿਹਾ ਸੱਟੀ ਖੱਬੀ ਹੋਵੋਗੇ ਤਾਂ ਬਹਿ ਵੀ ਸਕਦੇ ਹੋ। ਹਾਂਜੀ ਇਸ ਕਰਕੇ ਜਦੋਂ ਅਸੀਂ ਸਿਲੰਡਰ ਲੈ ਕੇ ਜਾਂਦੇ ਹਾਂ ਉਦੋਂ ਵੀ ਲਿਮਟਿਡ ਹੁੰਦਾ ਹੈ ਆਪਣੇ ਕੰਮ ਦਾ ਮਤਲਬ ਜਿੰਨਾ ਡੂੰਘਾ ਜਾਣਾ ਹੈ, ਨਹੀਂ ਤਾਂ ਇਹ ਨਹੀਂ ਕਿ ਕਹੋ ਵੀ ਐਵੇਂ ਫਿਰ ਉਹ ਗੱਪ ਵਾਲੀ ਗੱਲ ਹੈ ਕਿ ਲਓ ਜੀ ਸਮੁੰਦਰ 'ਚ ਬੰਦਾ ਗਿਆ 11 ਮੀਲ ਘੁੰਮ ਕੇ ਵਾਪਸ ਆ ਗਿਆ, ਇੱਦਾਂ ਨਹੀਂ। ਪਰ ਕਿਸ ਤਰ੍ਹਾਂ ਲੱਗਦਾ ਸੀ ਤੁਹਾਨੂੰ ਨਕਲੀ ਸਾਹ ਲੈ ਕੇ ਸਮੁੰਦਰ ਦੇ ਅੰਦਰ ਜਾਣਾ, ਜਦੋਂ ਕਿ ਜ਼ਿੰਦਗੀ ਮੌਤ ਨਾਲ ਇਹ ਖੇਲਣਾ ਹੁੰਦਾ, ਤੇ ਜਾਣ ਲੱਗਿਆ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਸੀ? ਗੋਤਾਖੋਰੀ ਤੇ ਹਵਾਈ ਫੌਜ ਦੋ ਚੀਜ਼ਾਂ ਇਹੋ ਜਿਹੀਆਂ ਜਿਹਨਾਂ ਦੀ ਇੰਸ਼ੋਰੈਂਸ ਵਾਸਤੇ ਵੀ ਪ੍ਰੋਬਲਮ ਹੁੰਦੀ ਹੈ। ਇੰਸ਼ੋਰੈਂਸ ਨਹੀਂ ਕਰਦੇ ਕਿ ਰਿਸਕੀ ਜੌਬ ਹੈ, ਤੇ ਮੇਰੇ ਲਈ ਰਿਸਕੀ ਜੌਬ ਇਹ ਵੀ ਸੀ ਕਿ ਜਦੋਂ ਮੈਂ ਵਿਆਹ ਕਰਾਉਣਾ ਸੀ ਉਦੋਂ ਮੇਰੇ ਇਨ-ਲਾ ਜਿਹੜੇ ਸੀ, ਖਾਸ ਕਰਕੇ ਮੇਰੀ ਸਾਸੂ ਜੀ, ਉਹ ਕਹਿੰਦੇ ਸੀ ਕਿ ਨਹੀਂ ਇਹ ਬੜਾ ਖਤਰਨਾਕ ਕੰਮ ਹੈ ਨਹੀਂ ਕਰਨਾ ਸੀ, ਤੇ ਪਰ ਉਹ ਕਹਿੰਦੇ ਨੇ ਜਿਹੜੀ ਬਿੱਧ ਹੈ ਉੱਪਰੋਂ ਬਣ ਕੇ ਜੋੜਿਆ ਕਹਿੰਦੇ ਨੇ। ਤੇ ਬਾਕੀ ਜਦੋਂ ਸ਼ੁਰੂ 'ਚ ਪਾਣੀ 'ਚ ਵੜਦੇ ਆ ਤਾਂ ਫਿਰ ਔਖਾ ਤਾਂ ਲੱਗਦਾ ਹੀ ਹੈ। ਫਿਰ ਜੇ ਤੁਸੀਂ ਕਹਿੰਦੇ ਗੋਤਾਖੋਰੀ ਕਰਨੀ ਹੈ ਜਾਂ ਮਤਲਬ ਕਿ ਡਾਈਵਿੰਗ ਕਰਨੀ ਹੈ, ਸਿਲੰਡਰ ਲੈ ਕੇ ਜਾਣਾ ਕਰਨਾ, ਤੇ ਪਹਿਲਾਂ ਤਾਂ ਸਿਲੰਡਰ ਦਾ ਹੀ ਭਾਰ ਲੱਗਦਾ ਹੈ। ਫਿਰ ਬਾਅਦ ਦੇ ਵਿੱਚ ਜਿੱਦਾਂ ਤੁਸੀਂ ਪਹਿਲਾਂ ਸਾਈਕਲ ਚਲਾਉਣਾ ਸਿੱਖਦੇ ਆ ਤਾਂ ਬੜਾ ਟੈਨਸ਼ਨ ਹੋ ਕੇ ਚਲਾਉਂਦੇ ਆ, ਫਿਰ ਤੁਸੀਂ ਹੱਥ ਛੱਡ ਕੇ ਚਲਾਉਣ ਲੱਗ ਪੈਂਦੇ ਆ। ਇਸੇ ਢੰਗ ਨਾਲ ਫਿਰ ਜਦੋਂ ਤੁਸੀਂ ਸਿੱਖ ਜਾਂਦੇ ਆ ਫਿਰ ਤੁਸੀਂ ਬੈਲੈਂਸ ਵੀ ਬਣਾ ਸਕਦੇ ਆ, ਜੇ ਪਾਣੀ 'ਚ ਕਿਤੇ ਖੜਨਾ ਸਿੱਧਾ ਖੜ ਵੀ ਸਕਦੇ ਆ, ਥੱਲੇ ਨੂੰ ਜਾਣਾ ਜਾ ਸਕਦੇ, ਉੱਪਰ ਨੂੰ ਜਾਣਾ ਜਾ ਸਕਦੇ। ਨਵੇਂ ਤਾਂ ਤੁਹਾਨੂੰ ਆਪਣੇ ਆਪ ਤੇ ਕੰਟਰੋਲ ਨਹੀਂ ਹੁੰਦਾ ਵੀ ਕੀ ਕਰਨਾ ਹੈ। ਤੇ ਲਿਟਰੇਚਰ ਵੱਲ ਤੁਸੀਂ ਕਿਸ ਤਰ੍ਹਾਂ ਆਏ? ਉਸਤਾਦ ਕਿਸੇ ਨੂੰ ਧਾਰਿਆ ਜਾਂ ਇਹ ਜਿਹੜਾ ਤੁਹਾਡੇ ਅੰਦਰ ਕਿਸ ਤਰ੍ਹਾਂ ਭਾਵਨਾ ਪੈਦਾ ਹੋਈ? ਲਿਟਰੇਚਰ ਮਤਲਬ ਇਹ ਹੈ ਕਿ ਸਾਡਾ ਘਰ ਹੈ ਹੀ ਸਾਹਿਤਕ ਹੈ। ਸਾਡੇ ਫਾਦਰ ਜਿਹੜੇ ਸੀ ਉਹ ਧਾਰਮਿਕ ਗੁਰੂਜੀਆਂ ਦੇ ਸੀ, ਉਹਨਾਂ ਕੋਲ ਪੁਰਾਣੇ ਗ੍ਰੰਥ ਅਜੇ ਵੀ ਸਾਡੇ ਕੋਲ ਪਏ ਹੈਗੇ ਘਰ ਤੋਂ, ਜਿਹੜੇ ਵੱਡੇ ਵੱਡੇ ਗ੍ਰੰਥ ਸੀਗੇ ਉਹ ਪੜ੍ਹਦੇ ਸੀ ਉਹ ਤੋਂ ਬਾਅਦ ਫਿਰ ਮੇਰੇ ਤੋਂ ਵੱਡੇ ਬ੍ਰਦਰ ਹੈ ਇੱਕ, ਜਿਹੜੇ ਲਿਟਰੇਚਰ ਨਾਲ ਜੁੜੇ ਹੋਏ ਸੀ, ਤੇ ਉਹਨਾਂ ਦੇ ਦੇਖਾ ਦੇਖੀ ਫਿਰ ਅਸੀਂ ਧਾਰਮਿਕ ਲਿਟਰੇਚਰ ਨਾਲ ਜੁੜੇ ਹੋਣ ਦੇ ਨਾਲ ਨਾਲ ਫਿਰ ਸਾਹਿਤਕ ਤੌਰ ਤੇ ਵੀ ਅਸੀਂ ਮਤਲਬ ਕਿ ਜੁੜ ਗਏ, ਖਾਸ ਕਰਕੇ ਉਹਨਾਂ ਦਾ। ਉਸਤਾਦ ਕੋਈ ਧਾਰਿਆ? ਉਸਤਾਦ ਜਿਹੜੀ ਰਸਮ ਹੈ ਨਾ, ਜਿਸ ਤਰ੍ਹਾਂ ਨਾਲ ਕਹਿੰਦੇ ਸਾਡਾ ਹੁਣ ਇੱਕ ਇੱਥੇ ਫਲੋਰ ਲੁਧਿਆਣੇ ਇੱਕ ਅਸੀਂ ਗਜ਼ਲ ਮੰਚ ਬਣਾਇਆ ਹੋਇਆ, ਜਿਹੜਾ ਉਸਤਾਦ ਸਾਡੇ ਰਣਧੀਰ ਸਿੰਘ ਚੰਦ ਹੋਣਾ ਦਾ ਸੀ ਬਣਾਇਆ ਹੋਇਆ। ਉਹਦੇ ਤੁਸੀਂ ਸੀਨੀਅਰ ਮੀਤ ਪ੍ਰਧਾਨ ਹੋ? ਉਹਦੇ ਮੈਂ ਹੁਣ ਅਹੁਦੇਦਾਰੀ ਹੈਗੀ ਹੈ, ਪਰ ਇਹ ਹੈ ਵੀ ਜਿੱਦਾਂ ਹੁਣ ਸਾਡੇ ਮੰਚ ਦੇ ਪ੍ਰਧਾਨ ਸਰਦਾਰ ਪੰਛੀ ਨੇ, ਉਹ ਇਸ ਪਰੰਪਰਾ ਨੂੰ ਜਾਂ ਪੁਰਾਣੇ ਜਿੰਨੇ ਵੀ ਸੀਗੇ ਉਹ ਇਸ ਪਰੰਪਰਾ ਨੂੰ ਮਤਲਬ ਕਿ ਮੰਨਦੇ ਆ ਕਿ ਉਸਤਾਦੀ ਸ਼ਾਗਿਰਦੀ ਹੋਣੀ ਚਾਹੀਦੀ ਹੈ। ਉਹ ਤੇ ਤੱਕ ਕਿ ਕਹਿੰਦੇ ਹੁੰਦੇ ਆ ਫਲਾਣਾ ਆਇਆ ਜਾਂ ਫਲਾਣੀ ਬੀਬੀ ਆਈ, ਉਹ ਮੇਰੇ ਗੰਢਾ ਬਣ ਗਈ, ਗੋਡਾ ਗਾਨਾ ਬਣ ਗਈ, ਮੈਂ ਮੈਨੂੰ ਸਰੋਪਾ ਦੇ ਤਾ, ਮੈਂ ਵੀ ਉਹਨੂੰ ਐਂ ਪਿਆਰ ਸਿਰ ਤੇ ਹੱਥ ਦਿੱਤਾ, ਉਹਨੂੰ ਮੈਂ ਆਪਣੇ ਸ਼ਿਸ਼ ਬਣਾ ਲਿਆ, ਸ਼ਿਸ਼ ਬਣਾ ਲਈ। ਤੇ ਪਰ ਨਵੇਂ ਅੱਜ ਕੱਲ੍ਹ ਜਿਹੜੇ ਮੁੰਡੇ ਹੈ ਜਾਂ ਨਵੇਂ ਜਿਹੜੇ ਲਿਖਣ ਲੁਖਣ ਵਾਲੇ, ਉਹ ਬਹੁਤਾ ਕਿਤਾਬਾਂ ਦੇ ਨਾਲ ਹੀ ਜਾਂ ਪਿੰਗਲ ਰੂਲ ਦੇ ਨਾਲ ਪੜ੍ਹ ਕੇ ਹੀ ਕਰੀ ਜਾਂਦੇ ਆ। ਮੈਨੂੰ ਬਹੁਤ ਵਧੀਆ ਮੌਕੇ ਮਿਲੇ ਆ, ਅਜਾਇਬ ਚਿੱਤਰਕਾਰ ਹੋਣਾ ਦੇ ਸੰਪਰਕ 'ਚ ਮੈਂ ਰਿਹਾ, ਇੰਦਰਜੀਤ ਹਸਨ ਹੁਣੀ ਜਾਂ ਜਿੰਨੇ ਵੀ ਹੈ, ਇਹਨਾਂ ਨੂੰ ਬਹਿਣ ਉੱਠਣ ਖਾਣ ਪੀਣ ਰਿਹਾ। ਅੱਜ ਕੱਲ੍ਹ ਪੰਛੀ ਸਾਹਿਬ ਨੇ, ਤੇ ਪਰੰਪਰਾ ਤੌਰ 'ਤੇ ਉਹਨਾਂ ਨੇ ਵੀ ਨਹੀਂ ਕਦੀ ਮੈਨੂੰ ਕਿਹਾ ਕਿ ਤੂੰ ਸ਼ਾਗਿਰਦੀ ਕਬੂਲ ਕਰ ਲੈ, ਤੇ ਮੈਂ ਵੀ ਨਹੀਂ ਕਦੇ ਕੀਤਾ। ਅਸੀਂ ਮਤਲਬ ਦੋਸਤ ਮਿੱਤਰਾਂ ਵਾਂਗ ਤੁਰਦੇ ਫਿਰਦੇ, ਬਹਿੰਦੇ ਉੱਠਦੇ, ਗਜ਼ਲ ਦੀ ਕਵਿਤਾ ਦੀ ਸਿਨੜ ਬਾਰੇ ਗੱਲਾਂ ਕਰਦੇ ਫਿਰਦੇ, ਬਸ ਠੀਕ ਹੈ। ਤੇ ਜਿਹੜਾ ਪੁਰਾਣਾ ਹੈ ਉਹ ਉਸਤਾਦਾਂ ਨੇ ਵੀ ਜ਼ੋਰ ਨਹੀਂ ਪਾਇਆ, ਤੇ ਆਪਾਂ ਵੀ ਕਿਹਾ ਵੀ ਮੇਰੇ ਕੋਲ ਹੀ ਹੈਗੇ ਉਸਤਾਦ, ਠੀਕ ਹੈ, ਜਿਹੜੀ ਗੱਲ ਜਦੋਂ ਪੁੱਛੀ ਜਾ ਸਕਦੀ। ਤੁਸੀਂ ਕਾਫੀ ਗਜ਼ਲਾਂ ਲਿਖੀਆਂ, ਔਰ ਤੁਹਾਡੀ ਪਿੱਛੇ ਜੇ ਕਿਤਾਬ ਆਈ ਸੀ ਜਿਹੜੀ ਸਾਡੇ ਸਾਹਮਣੇ ਪਈ ਹੈ, ਚੀਚ ਵੋਟੀਆਂ, ਉੱਦਾਂ ਸਮੂਹ ਕਿਤਾਬਾਂ ਵੀ ਤੁਹਾਡੀਆਂ ਕਾਫੀ ਨੇ ਬਾਕੀਆਂ ਨਾਲ ਰਲ ਕੇ ਵੀ, ਪਰ ਇਹ ਕਿਤਾਬ ਚੀਚ ਵੋਟੀਆਂ ਜਦੋਂ ਆਈ ਸੀ ਇਹ ਬੜਾ ਚਰਚਾ ਦਾ ਕੇਂਦਰ ਰਹੀ, ਕਿਉਂਕਿ ਇਹਦੀ ਇੱਕ ਇੱਕ ਨਜ਼ਮ ਜਿਹੜੀ ਆ ਉਹ ਬੜੀ ਉਸਤਾਦੀ ਵਿੱਚੋਂ ਨਿਕਲੀ ਆ ਕਿ ਉਹ ਕੱਚੀਆਂ ਨਹੀਂ ਸਨ ਰਚਨਾਵਾਂ, ਔਰ ਸਾਰਿਆਂ ਨੇ ਇਸ ਦਾ ਸਵਾਗਤ ਕੀਤਾ ਸੀ ਇਸ ਕਿਤਾਬ ਦਾ, ਔਰ ਅਸੀਂ ਚਾਹਾਂਗੇ ਕਿ ਕੋਈ ਨਜ਼ਮ ਸਾਨੂੰ ਸੁਣਾਈ ਜਾਵੇ। ਚੀਜ਼ ਵੋਟੀਆਂ ਅਸਲ ਵਿੱਚ ਗਜ਼ਲ ਸੰਗ੍ਰਹਿ ਹੈ, ਟੋਟਲੀ ਸਾਰੀਆਂ ਗਜ਼ਲਾਂ ਹੈਗੀਆਂ, ਤੇ ਉੱਦਾਂ ਜਿੱਦਾਂ ਹਰ ਕਵੀ ਕਵਿਤਾ ਤੋਂ ਸ਼ੁਰੂ ਕਰਦਾ ਹੈ। ਪਹਿਲਾਂ ਕਵਿਤਾ ਸੀ, ਫਿਰ ਜਦੋਂ ਮੈਂ ਇੱਥੇ ਫਲੋਰ ਆ ਕੇ ਰਣਧੀਰ ਸਿੰਘ ਚੰਦ ਉਹਨਾਂ ਦੇ ਸੰਪਰਕ 'ਚ ਆਇਆ, ਉਹਨਾਂ ਨੇ ਫਿਰ ਮੈਨੂੰ ਕਵਿਤਾ ਦੇ ਨਾਲ ਨਾਲ ਗਜ਼ਲ ਵੱਲ ਵੀ ਕਿਹਾ ਕਿ ਨਹੀਂ, ਕਿਉਂਕਿ ਆਪ ਗਜ਼ਲ ਦੇ ਮਾਹਰ ਸੀ,
ਫਿਰ ਉਹਨਾਂ ਨਾਲ ਫਿਰ ਪਟਿਆਲੇ ਅਜੇ ਵੀ ਸਾਡੇ ਬਜ਼ੁਰਗ ਬੈਠੇ ਨੇ, ਤਰਲੋਕ ਆਨੰਦ ਹੋਣੀ, ਹਾਂਜੀ ਉਹ ਸ਼ੁਰੂ ਵਿੱਚ ਫਿਰ ਸੁਰਜੀਤ ਰਾਮਪੁਰੀ ਹੁੰਦੇ ਸੀਗੇ ਜੀ। ਇਹ ਸਾਰੇ ਬੰਦੇ ਸਾਰੇ ਸਾਡੇ ਸੀਨੀਅਰ ਉਸਤਾਦ ਗਜ਼ਲ ਗੋ ਜਾਂ ਕਵੀ ਫਲੋਰ ਆਉਂਦੇ ਹੁੰਦੇ ਸੀ ਜਦੋਂ ਰਣਧੀਰ ਸਿੰਘ ਚੰਦ ਉਹਨਾਂ ਨੇ ਗਜ਼ਲ ਮੰਚ ਦੀ ਸਥਾਪਨਾ ਕੀਤੀ ਤੇ ਉਹਨਾਂ ਦਾ ਬੈਂਡ ਉੱਪਰ ਸੀਗਾ ਤੇ ਉਹ ਸਿੱਖਦੇ ਵੀ ਰਹੇ ਆ। ਸੋ ਕਵਿਤਾ ਤੁਹਾਡੀਆਂ ਸੁਣਾਂਗੇ, ਪਰ ਕਵਿਤਾ ਸੁਣਨ ਤੋਂ ਪਹਿਲਾਂ ਇੱਕ ਹੋਰ ਸਵਾਲ ਹੈ ਹਾਂਜੀ, ਕਿ ਕਦੇ ਜ਼ਿੰਦਗੀ ਦੀਆਂ ਬਹੁਤ ਵੱਡੀਆਂ ਕਿਸੇ ਦੁਸ਼ਵਾਰੀਆਂ ਵਿੱਚੋਂ ਵੀ ਨਿਕਲੇ ਹੈ ਔਰ ਹਰ ਬੰਦੇ ਨੂੰ ਨਿਕਲਣਾ ਚਾਹੀਦਾ ਜਦ ਤੱਕ ਤੁਸੀਂ ਥੋੜੀ ਤੰਗੀ ਤੁਰਸ਼ੀ ਨਹੀਂ ਦੇਖਦੇ, ਜਦ ਤੱਕ ਤੁਸੀਂ ਕੋਈ ਦੁੱਖ ਤਕਲੀਫ ਨਹੀਂ ਚੱਲਦੇ, ਨਾ ਤੁਹਾਨੂੰ ਸੁੱਖ ਆਰਾਮ ਦਾ ਪਤਾ ਲੱਗਦਾ। ਤੰਗੀ ਤੁਰਸ਼ੀ ਦੇਖੋਗੇ ਤਾਂ ਤੁਹਾਨੂੰ ਅਮੀਰੀ ਦਾ ਜਾਂ ਪੈਸੇ ਦਾ ਅਹਿਸਾਸ ਹੋਏਗਾ, ਉਹਦੀ ਕਦਰ ਹੋਏਗੀ। ਸੋ ਇੱਦਾਂ ਦਾ ਸਮਾਂ ਰਿਹਾ ਮੇਰਾ। ਪੜ੍ਹਾਈ ਛੱਡ ਕੇ ਫੌਜ ਵਿੱਚ ਜਾਣ ਦਾ ਟਾਈਮ ਥੋੜਾ ਖਾਲੀ ਸੀ, ਉਦੋਂ ਬੜੇ ਵਿਚਾਰ ਸੀ ਵੀ ਕੀ ਕਰਾਂਗੇ, ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਔਲਾਦ, ਅੱਜ ਕੱਲ੍ਹ ਦੀ ਜਿਹੜੀ ਪੌਦ ਹੈਗੀ, ਅੱਜ ਕੱਲ੍ਹ ਦੀ ਜਿਹੜੀ ਪੀੜ੍ਹੀ ਹੈਗੀ, ਉਹਨਾਂ ਨੂੰ ਕਮਾਇਆ ਹੋਇਆ ਮਿਲਦਾ ਹੈ। ਉਹਨਾਂ ਨੂੰ ਇਸ ਚੀਜ਼ ਦਾ ਫਿਕਰ ਵੀ ਨਹੀਂ ਹੈ ਕਿ ਅਸੀਂ ਕਿੱਥੋਂ ਖਾਣਾ ਹੈ, ਤਾਂ ਉਹ ਇੰਨੇ ਮਿਹਨਤੀ ਵੀ ਨਹੀਂ ਹੈਗੇ, ਨਾ ਹੀ ਫਿਕਰਮੰਦ ਹੈਗੇ, ਕਿਉਂਕਿ ਮਾਂ-ਬਾਪ ਨੇ ਕਾਫੀ ਉਹਨਾਂ ਨੂੰ ਕੀਤਾ ਹੋਇਆ। ਜਿਹੜਾ ਸਾਡਾ ਟਾਈਮ ਸੀ, ਮੇਰੀ ਪੀੜ੍ਹੀ ਦੇ ਬੰਦੇ ਤਕਰੀਬਨ ਸਾਰੇ ਸਟਰਗਲ ਚੋਂ ਨਿਕਲੇ ਆ। ਉਹਨਾਂ ਦੇ ਨੇ ਤਾਂ ਹੁਣ ਕਹੀਏ ਵੀ ਟਿਊਬਵੈੱਲ ਵੀ ਬਹੁਤ ਘੱਟ ਹੁੰਦੇ ਸੀ, ਖੇਤੀ ਵੀ ਮਾਰੂ ਖੇਤੀ ਸੀਗੀ, ਮੀਂਹ ਪੈ ਗਿਆ ਤਾਂ ਹੋ ਗਈ, ਨਹੀਂ ਤੇ ਠੀਕ ਹੈ। ਉਹਨਾਂ ਦੇ ਹਰ ਬੰਦਾ ਸੋਚਦਾ ਸੀ ਕਿ ਮਿਹਨਤ ਕਰਨੀ, ਅਸੀਂ ਵੀ ਮਿਹਨਤ ਕਰਨੀ ਸੀ, ਕੀਤੀ ਹੈ। ਨੇਵੀ 'ਚ ਗਏ ਆ, ਨੇਵੀ ਬੜਾ ਔਖਾ ਫੌਜ ਹੈਗੀ ਹੈ, ਬਹੁਤ ਔਖੀ। ਤੁਸੀਂ ਧਰਤੀ ਦੇ ਉੱਤੇ ਰਹਿ ਕੇ ਆਰਮੀ ਦੇ ਵਿੱਚ ਅਗਰ ਹੈਗੇ ਹੋ ਤੇ ਘੱਟੋ ਘੱਟ ਧਰਤੀ ਤਾਂ ਹੈਗੇ ਆ ਤੁਸੀਂ। ਸਮੁੰਦਰ ਵਿੱਚ ਤਾਂ ਕੱਖ ਵੀ ਨਾ ਹੋਵੇ, ਉੱਦਾਂ ਹੀ ਕੋਈ ਹੋ ਜਾਵੇ ਗੱਲ ਤਾਂ ਬੰਦਾ ਪਾਣੀ 'ਚ ਜਾਂਦਾ, ਬਿਨਾਂ ਲੜਾਈ ਦੇ ਬੰਦਾ ਗਿਆ। ਸੋ ਇਸ ਕਰਕੇ ਉਹ ਕੰਮ ਵੀ ਕੀਤਾ। ਉਹ ਤੋਂ ਬਾਅਦ ਫਿਰ ਕੋਰਸ ਕਰ ਲਿਆ ਜਿਹੜਾ ਗੋਤਾਖੋਰੀ ਦਾ, ਹੋਰ ਵੀ ਖਤਰਨਾਕ ਸੀ। ਫਿਰ ਪੈਸਾ ਕਮਾਉਣ ਵਾਸਤੇ ਦੁਬਈ ਵਰਗੇ, ਬਹਿਰੀਨ ਵਰਗੀਆਂ, ਮਸਕਟ ਵਰਗੀਆਂ ਥਾਵਾਂ 'ਤੇ ਜਾਣਾ ਪਿਆ। ਉੱਥੇ ਫਿਰ ਕਮਰਸ਼ੀਅਲ ਡਾਈਵਿੰਗ ਸੀਗੀ, ਉਹ ਅਗਲੇ ਫਿਰ ਜਿੱਦਾਂ ਹੁਣ ਫੈਕਟਰੀਆਂ ਵਿੱਚ ਕਾਮਿਆਂ ਤੋਂ ਕੰਮ ਲੈਂਦੇ ਆ, ਫਿਰ ਉਹ ਚਾਹੁੰਦੇ ਸੀ ਵੀ ਇਹ ਬੰਦੇ ਹੁਣ ਜਿਹੜੇ ਆਸ ਬੰਦਰਗਾਹ ਖੜੀ ਕਰਨੀ ਹੈ, ਰਾਤੋਂ ਰਾਤ ਉੱਪਰ ਲੈ ਆਉਣ, ਫਟਾਫਟ ਬਣ ਜਾਵੇ। ਉਦੋਂ ਫਿਰ ਕੰਮ ਵੀ ਜ਼ੋਰ ਨਾਲ ਕਰਨਾ ਪੈਂਦਾ। ਇਹ ਵੱਖਰੀ ਗੱਲ ਹੈ ਕਿ ਉਦੋਂ ਉਮਰ ਵੀ ਸੀ, ਜਜ਼ਬਾ ਵੀ ਸੀ, ਪੈਸੇ ਦੀ ਕਮਾਉਣ ਦੀ ਲਲਕ ਵੀ ਸੀ, ਤੇ ਸਾਰਾ ਕੁਝ ਠੀਕ ਹੋ ਗਿਆ। ਪਰ ਨਿਕਲਣਾ ਪੈਂਦਾ ਔਰ ਨਿਕਲਣਾ ਚਾਹੀਦਾ ਹਰ ਬੰਦੇ ਨੂੰ ਤੰਗੀਆਂ 'ਚ। ਫਿਰ ਉੱਥੋਂ ਆ ਕੇ ਤੁਸੀਂ ਇੱਥੇ ਫਲੋਰ ਦੇ ਵਿੱਚ ਪ੍ਰਤਾਪਰਾ ਅੱਡੇ ਤੇ ਪੈਟਰੋਲ ਪੰਪ ਚਲਾਇਆ। ਹਾਂਜੀ। ਔਰ ਇਹ ਪੈਟਰੋਲ ਪੰਪ ਤੇ ਬੈਠਣਾ, ਉੱਥੇ ਕੰਮ ਕਰਨਾ, ਇਹ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਕਿ ਲਿਟਰੇਰੀ ਹਿੱਸਾ ਜਿਹੜਾ ਉਹ ਬੜਾ ਨਾਜ਼ੁਕ, ਬੜਾ ਸੈਂਸਿਟਿਵ ਆ, ਤੇ ਪੈਟਰੋਲ ਪੰਪ ਜਿਹੜਾ ਹੈਗਾ ਉੱਥੇ ਕੰਮ ਕਰਨਾ ਇਹ ਆਪੋਜ਼ਿਟ ਹੈ ਸਾਰਾ ਕੁਝ। ਇਹਦੇ ਨਾਲ ਕਿੱਦਾਂ ਸਮਝੌਤਾ ਕਰਦੇ ਹੋ? ਮੈਂ ਦੋਨੋਂ ਚੀਜ਼ਾਂ ਨੂੰ ਰਲਾ ਦਿੱਤਾ। ਅੱਛਾ। ਦੋਨੋਂ ਚੀਜ਼ਾਂ ਰਲ ਕੇ ਕਰ ਦਿੱਤਾ ਹੈ। ਮੇਰੇ ਪੰਪ ਤੇ ਜਦੋਂ ਕੋਈ ਆਉਂਦਾ ਹੈ ਮੈਨੂੰ ਮਿਲਣ, ਤੇ ਉੱਥੇ 2 ਅਲਮਾਰੀਆਂ ਸੱਜੇ ਖੱਬੇ ਕਿਤਾਬਾਂ ਦੀਆਂ ਭਰੀਆਂ ਹੋਈਆਂ। ਹਾਂਜੀ। ਤੇ ਉਹ ਫਿਰ ਕੁਛ ਆਉਣ ਤੋਂ ਪਹਿਲਾਂ ਅਗਲੇ ਨੂੰ ਪਤਾ ਵੀ ਹੁੰਦਾ ਹੈ, ਅਗਰ ਇਹ ਆ ਕੇ ਤਾਂ ਫਿਰ ਉਹਨੂੰ ਪਤਾ ਲੱਗੇ ਜਾਂਦਾ। ਜੇ ਮੰਨ ਲਓ ਸਾਡਾ ਕੋਈ ਕੰਪਨੀ ਦਾ ਸਾਹ ਬਦਲਦਾ ਨਵਾਂ ਆਉਂਦਾ ਹੈ, ਤੇ ਉਹਨੂੰ ਨਹੀਂ ਪਤਾ, ਅਗਰ ਤਾਂ ਦੇਖ ਕੇ ਫਿਰ ਕਹਿੰਦਾ ਕੀ ਉਹਨੂੰ ਫਿਰ ਦੱਸੀਦਾ ਕਿ ਵੀ ਆਪਾਂ ਨੂੰ ਲਿਟਰੇਚਰ ਦੇ ਨਾਲ ਥੋੜ੍ਹਾ ਇੰਟਰਸਟ ਹੈਗਾ, ਠੀਕ ਹੈ। ਤੇ ਮੈਂ ਤਾਂ ਇੱਥੋਂ ਤੱਕ ਕਿ ਗਜ਼ਲ ਮੰਚ ਦੀਆਂ ਸ਼ੁਰੂ ਦੀਆਂ ਮੀਟਿੰਗਾਂ ਕਹੋ ਕਿ ਸੰਨ 90 ਦੇ ਆਲੇ ਦੁਆਲੇ ਦੀਆਂ ਬੜੇ ਸਾਲ ਅਸੀਂ ਪੰਪ ਦੇ ਹੀ ਕਰਦੇ ਰਹੇ। ਸਾਡੇ ਗਜ਼ਲ ਮੰਚ ਦੇ ਸਾਲਾਨਾ ਫੰਕਸ਼ਨ ਹੁੰਦਾ ਜਿਹੜਾ ਅਸੀਂ ਫਰਵਰੀ ਮਾਰਚ ਵਿੱਚ ਕਰੀਦਾ ਹਰ ਸਾਲ, ਹੁਣ ਵੀ ਕਰਦੇ ਹਾਂ। ਉਹ ਬੜੇ ਸਾਲ ਲਗਾਤਾਰ ਮੇਰੇ ਪੰਪ ਤੇ ਹੁੰਦੇ ਰਹੇ ਫੰਕਸ਼ਨ, ਔਰ ਬੜੀ ਵੱਡੀ ਗੈਦਰਿੰਗ ਹੁੰਦੀ ਰਹੀ ਹੈ। ਬੜੇ ਵੱਡੇ ਸ਼ਾਇਰ ਅਵਾਰਡ ਵੀ ਦਿੰਦੇ ਸੀ। ਅਵਾਰਡ ਅਸੀਂ ਹੁਣ ਵੀ ਦਿੰਦੇ ਹਾਂ, ਉਦੋਂ ਵੀ ਦਿੰਦੇ ਸੀ, ਅਵਾਰਡ ਵੀ ਦਿੰਦੇ ਸੀ। ਔਰ ਬੇਸ਼ੱਕ ਸਾਡੇ ਅਵਾਰਡ ਦੀ ਰਾਸ਼ੀ ਅਜੇ ਵੀ ਘੱਟ ਹੈਗੀ ਹੈ, ਲੇਕਿਨ ਗਜ਼ਲ ਮੰਚ ਦਾ ਅਵਾਰਡ ਲੈਣ ਨੂੰ ਲੋਕ ਕਹਿੰਦੇ ਜੀ ਬਸ ਸਾਨੂੰ ਦੇ ਦੇਣ, ਇੰਨਾ ਹੀ ਕਾਫੀ ਹੈ ਕਿ ਅਸੀਂ ਕਹੀਏ ਸਾਨੂੰ ਗਜ਼ਲ ਮੰਚ ਦਾ ਅਵਾਰਡ ਪ੍ਰਾਪਤ ਹੋਇਆ। ਤੇ ਉਹ ਹੁਣ ਦੋਨੇ ਚੀਜ਼ਾਂ ਹੈਗੀਆਂ ਪੰਪ ਤੇ। ਹੁਣ ਇਸ ਵੇਲੇ ਸਵੇਰ ਦਾ ਟਾਈਮ, ਦੁਪਹਿਰ ਦਾ ਟਾਈਮ ਪੜ੍ਹਾਈ ਦਾ ਹੈਗਾ, ਆਪਣਾ ਪੰਪ ਸਾਂਭਣ ਦਾ ਹੈ। ਪੰਪ ਤੋਂ ਵਿਹਲੇ ਹੋ ਕੇ ਫਿਰ ਜੇ ਕੋਈ ਸੱਜਣ ਮਿੱਤਰ ਆ ਜਾਏ ਤਾਂ ਫਿਰ ਪੜ੍ਹਾਈ ਲਿਖਾਈ ਦੀਆਂ ਵੀ ਗੱਲਾਂ ਹੋ ਜਾਂਦੀਆਂ। ਪ੍ਰੀਤ ਜੀ, ਆਪਣੇ ਪਰਿਵਾਰ ਬਾਰੇ ਦੱਸੋ। ਤੁਹਾਡੇ ਬੱਚਿਆਂ ਨੂੰ ਮੈਂ ਕਾਫੀ ਨੇੜਿਓਂ ਜਾਣਦੀ ਹਾਂ, ਛੋਟੇ ਮੇਰੇ ਹੱਥਾਂ 'ਚ ਪਲੇ ਆ। ਇੱਕ ਬੇਟਾ ਬਾਹਰ ਗਿਆ ਹੋਇਆ ਔਰ ਇੱਕ ਇੱਧਰ ਆ, ਤੁਹਾਡੇ ਨਾਲ ਵੀ ਕਾਫੀ ਕੰਮ ਕਰਦਾ ਮੈਂ ਦੇਖਿਆ। ਔਰ ਬੇਟੀ ਤਾਂ ਬੜੀ ਪਿਆਰੀ ਹੈ, ਨਿੱਕੀ ਜੀ, ਬਚਪਨ 'ਚ ਬੜੀ ਪਿਆਰੀ ਹੁੰਦੀ ਸੀ, ਹੁਣ ਵੀ ਬੜੀ ਪਿਆਰੀ ਹੈ। ਉਹਨਾਂ ਬਾਰੇ ਕੁਝ ਦੱਸੋ ਥੋੜਾ ਵਿਸਥਾਰ ਨਾਲ, ਆਪਣੀ ਪਤਨੀ ਬਾਰੇ, ਸੁਨੀਤਾ ਜੀ ਬਾਰੇ। ਇੱਕ ਬੇਟਾ ਮੇਰਾ ਵੱਡਾ ਜਿਹੜਾ ਹੈਗਾ ਉਹ ਬਾਹਰ ਹੈ, ਕੈਨੇਡਾ ਹੈ, ਸੈੱਟ ਹੈ ਉੱਥੇ, ਠੀਕ ਹੈ। ਦੂਸਰਾ ਵੀ ਇੱਥੇ ਠੀਕ ਨਾਲ ਹੀ ਹੈ ਮੇਰੇ, ਤੇ ਬੇਟੀ ਹੈ ਉਹਦਾ ਵਿਆਹ ਕਰ ਦਿੱਤਾ, ਉਹ ਵੀ ਠੀਕ ਹੈ।
ਸਾਡੇ ਬਜ਼ੁਰਗ ਦਾ ਸਾਡੇ ਸਾਰੇ ਭਰਾਵਾਂ ਦੇ ਸਾਰੇ ਟੱਬਰ ਤੇ ਸਾਡੇ ਖਾਨਦਾਨ ਸਾਰੇ ਤੇ ਪ੍ਰਭਾਵ ਹੈ। ਉਹ ਵੱਖਰੀ ਤਰ੍ਹਾਂ ਸ਼ਖਸੀਅਤ ਸੀਗੇ। ਮੈਂ ਉਹਨਾਂ ਬਾਰੇ ਇੱਕ ਨਜ਼ਮ ਲਿਖੀ ਸੀ, ਮੈਂ ਸੁਣਾਉਂਗਾ। ਜਿਹੋ ਜਿਹਾ ਬਜ਼ੁਰਗ ਸੀ ਔਰ ਜਿਹੋ ਜਿਹਾ ਅਸੀਂ ਉਹਨਾਂ ਬਾਰੇ ਹੁਣ ਵੀ ਮਹਿਸੂਸ ਕਰਦੇ ਹਾਂ। ਬੜੇ ਸਾਲ ਹੋ ਗਏ ਉਹਨਾਂ ਤੁਰ ਗਿਆ, 1986 ਵਿੱਚ ਤੁਰ ਗਿਆ ਸੀ ਉਹ। ਤੇ ਮਾਤਾ ਸਾਡੇ ਦੇਖ ਲਓ ਕਿੰਨੇ ਸਾਲ ਬਾਅਦ ਗਏ ਹੈਗੇ। ਤੇ ਜਿਹੋ ਜਿਹਾ ਅਸੀਂ ਅੱਜ ਵੀ ਬਜ਼ੁਰਗਾਂ ਬਾਰੇ ਮਹਿਸੂਸ ਕਰਦੇ ਹਾਂ, ਬੱਚੇ ਜਿਹੜੇ ਹੈ ਉਹ ਉੱਦਾਂ ਉਸ ਢੰਗ ਨਾਲ ਨਹੀਂ ਸੋਚਦੇ ਜਾਂ ਉਹੋ ਜਿਹੀ ਸੋਚ ਉਹਨਾਂ ਦੀ ਨਹੀਂ ਹੈਗੀ। ਇਹ ਕੁਛ ਹਵਾ ਹੀ ਯੂਰਪ ਤੋਂ ਚੱਲੀ ਹੈ ਜਾਂ ਕਿੱਥੋਂ ਚੱਲੀ ਹੈ, ਹੌਲੀ ਹੌਲੀ ਪ੍ਰੀਤ ਜੀ ਆਪਣੇ ਆਪ ਜੋਗੇ ਰਹਿਣ, ਇਹੀ ਸਾਨੂੰ ਬੜੀ ਤਸੱਲੀ ਹੈ। ਹਾਂ, ਇੰਨਾ ਹੀ ਠੀਕ ਹੈ। ਉਹ ਕਹਿੰਦੇ ਹੁੰਦੇ ਆ ਕਿ ਗੁਆਂਢੀ ਜੇ ਰੋਟੀ ਖਾਂਦਾ ਪੀਂਦਾ ਹੋਊਗਾ ਤਾਂ ਘੱਟੋ ਘੱਟ ਦਾਲ ਮੰਗਣ ਤਾਂ ਨਹੀਂ ਆਊਗਾ। ਜੇ ਨਿਆਣੇ ਆਪਣੇ ਆਪ ਪੈਰਾਂ ਤੇ ਹੋਣਗੇ ਤਾਂ ਘੱਟੋ ਘੱਟ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੋਵੇਗੀ। ਇੰਨਾ ਹੀ ਬਹੁਤ ਹੈ। ਸਭ ਤੋਂ ਵੱਡੀ ਗੱਲ ਇਹ ਆ ਪੇਰੈਂਟਸ ਲਈ, ਮਾਪਿਆਂ ਲਈ, ਕਿ ਬੱਚੇ ਜਿੱਥੇ ਵੀ ਹਨ, ਜਿਸ ਤਰ੍ਹਾਂ ਤੇ ਵੀ ਹਨ, ਸੁਖੀ ਰਹਿਣ। ਬਿਲਕੁਲ ਬਿਲਕੁਲ। ਇਹ ਤਾਂ ਮਾਂ ਬਾਪ ਤਾਂ ਸਦਾ ਇਹੀ ਸੋਚਦੇ ਕਿ ਨਿਆਣੇ ਬੱਚੇ ਸਾਡੇ ਜਿਹੜੇ ਔਲਾਦ ਜਿਹੜੀ ਹੈ ਸੁਖੀ ਰਹੇ। ਜ਼ਿੰਦਗੀ ਦੇ ਜਿਸ ਪੜਾਅ ਤੇ ਆਪਾਂ ਖੜੇ ਆ, ਇਸ ਪੜਾਅ ਤੇ ਅਸੀਂ ਇੱਕ ਦੂਜੇ ਨਾਲ ਜੁੜਨਾ, ਪਤਨੀ ਨਾਲ ਬਹੁਤ ਜ਼ਰੂਰੀ ਹੁੰਦਾ ਇੱਕ ਇਨਸਾਨ ਦਾ। ਸੋ ਤੁਹਾਡੀ ਪਤਨੀ ਸੁਨੀਤਾ, ਜਿਹਨੂੰ ਮੈਂ ਬਹੁਤ ਚਿਰਾਂ ਤੋਂ ਜਾਣਦੀ ਹਾਂ, ਇੱਕ ਲੇਡੀ ਹੋਣ ਦੇ ਨਾਤੇ, ਇੱਕ ਔਰਤ ਹੋਣ ਦੇ ਨਾਤੇ, ਔਰ ਬਹੁਤ ਚੰਗੇ ਗੁਣਾਂ ਦੀ ਮਾਲਕ ਆ, ਚੰਗੇ ਗੁਣਾਂ ਦੀ ਮਾਲਕ ਆ। ਔਰ ਕਈ ਵਾਰੀ ਬੰਦੇ ਨੂੰ ਗੁਣ ਉਹਨਾਂ ਦੇ ਨਜ਼ਰ ਨਹੀਂ ਆਉਂਦੇ ਹੁੰਦੇ, ਪਰ ਵਕਤ ਦੇ ਨਾਲ ਪਤਾ ਲੱਗਦਾ ਕਿ ਉਹ ਕਿਸ ਗੁਣਾਂ ਦੀ ਮਾਲਕ ਆ। ਇਸ ਪੜਾਅ 'ਚ ਜਿੱਥੇ ਤੁਸੀਂ ਖੜੇ ਹੋ, ਉਹਨਾਂ ਦੀ ਗੁਣਾਂ ਦੀ ਕਿੰਨੀ ਰਿਸਪੈਕਟ ਤੁਹਾਡੇ ਮਨ ਵਿੱਚ ਆ, ਇਹ ਪੁੱਛਣਾ ਚਾਹੁੰਦੇ ਹਾਂ ਅਸੀਂ। ਪਹਿਲਾਂ ਨਹੀਂ ਸੀ ਹੈ, ਹੁਣ ਹੋਣ ਲੱਗੀ। ਬਸ ਮੈਂ ਇਹੀ ਗੱਲ ਕਢਾਉਣਾ ਚਾਹੁੰਦੀ ਸਾਂ ਕਿ ਗੁਣ ਉਦੋਂ ਵੀ ਸਨ ਉਹਨਾਂ 'ਚ, ਪਰ ਤੁਹਾਨੂੰ ਦਿਸਦੇ ਨਹੀਂ ਸਨ। ਨਹੀਂ, ਦੋਨੇ ਪਾਸੇ ਦਿਸਦੇ ਨਹੀਂ ਸਨ। ਅੱਛਾ, ਇਦਾਂ ਹੀ ਸੀ। ਸੋ ਹੁੰਦਾ ਹੀ ਆ, ਹਰ ਕੋਈ ਚੜ੍ਹਦੀ ਉਮਰ ਵੇਲੇ ਇਸ ਉਮਰ ਵਿੱਚ ਤੁਹਾਨੂੰ ਆ ਕੇ ਪਤਾ ਲੱਗਾ ਕਿ ਉਹ ਗੁਣਾਂ ਦੀ ਭਰੀ ਹੋਈ ਸੀ। ਮੇਰੇ ਦੇਖਣ ਦੀ ਜਿਹੜੀ ਨਜ਼ਰ ਸੀ ਉਹਦੇ 'ਚ ਕੋਈ ਫਰਕ ਸੀ। ਬਹੁਤ ਸਾਰੀਆਂ ਗੱਲਾਂ ਨਾ ਤੁਹਾਨੂੰ ਆਪ ਤਜਰਬੇ ਜਦੋਂ ਤੁਸੀਂ ਲੰਘਦੇ ਹੋ ਉਦੋਂ ਮਹਿਸੂਸ ਹੁੰਦੀਆਂ। ਉਹ ਕਿਤਾਬਾਂ ਨਹੀਂ ਤੁਹਾਨੂੰ ਦੱਸਦੀਆਂ। ਦੋਸਤ ਮਿੱਤਰ ਗੱਲਾਂ ਕਰਦੇ ਆ, ਉਹ ਫਿਰ ਜਿਹੜੇ ਤੁਸੀਂ ਉਸ ਸਮੇਂ ਚੋਂ ਉਸ ਹਾਲਾਤ ਚੋਂ ਨਿਕਲ ਆਉਂਦੇ, ਫਿਰ ਜੇ ਤਾਂ ਫਲਾਣੇ ਨੇ ਉਸ ਟਾਈਮ ਤੇ ਆਹ ਕਿਹਾ ਸੀ। ਹੁਣ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਕਈ ਵਾਰੀ ਕੋਈ ਸੱਜਣ ਕਹਿੰਦਾ ਹੁੰਦਾ ਸੀ ਵੀ ਢਲਦੀ ਉਮਰੇ ਜਾਂ ਬੁਢੇਪੇ ਵਿੱਚ ਤੀਵੀਂ ਆਦਮੀ ਨੂੰ ਇੱਕ ਦੂਜੇ ਦਾ ਹੁੰਗਾਰਾ ਹੁੰਦਾ ਆ, ਆਸਰਾ ਹੁੰਦਾ ਹੈ। ਕੁਛ ਵੀ ਨਾ ਹੋਵੇ ਤਾਂ ਬੰਦਾ ਘੱਟੋ ਘੱਟ ਕੰਧਾਂ ਨਾਲ ਗੱਲਾਂ ਕਰਨ ਤੋਂ ਬਚਿਆ ਰਹਿੰਦਾ। ਤੇ ਅਸੀਂ ਕਹਿੰਦੇ ਸੀ ਐਵੇਂ ਹੀ ਹੈ ਗੱਲ। ਪਰ ਹੁਣ ਮਹਿਸੂਸ ਹੋਣ ਲੱਗ ਗਿਆ, ਜਿਹੜੇ ਹੁਣ ਇੱਕ ਬੱਚਾ ਬਾਹਰ ਚਲਾ ਗਿਆ, ਇੱਕ ਕੁੜੀ ਵਿਆਹ ਦਿੱਤੀ, ਇੱਕ ਮੁੰਡਾ ਇੱਥੇ ਹੈ, ਉਹ ਕਈ ਵਾਰੀ 10 ਵਾਰੀ ਪੁੱਛੇ ਤੇ ਇੱਕ ਵਾਰੀ ਮਾੜਾ ਜਿਹਾ ਜਵਾਬ ਦੇਗਾ ਗੱਲ ਦਾ, ਤੇ ਫਿਰ ਲੱਗਦਾ ਵੀ ਫਿਰ ਕਈ ਵਾਰੀ ਅਸੀਂ ਤੀਵੀਂ ਆਦਮੀ ਐ ਇਕੱਠੇ ਹੋ ਕੇ ਬਹਿ ਜਾਂਦੇ ਜਿੱਦਾਂ ਜ਼ਿੰਦਗੀ ਕਦੀ ਪਹਿਲਾਂ ਇਕੱਠੇ ਹੋ ਕੇ ਬੈਠੇ ਨਹੀਂ ਸੀ। ਬਹੁਤ ਵਧੀਆ। ਤੇ ਫਿਰ ਲੱਗਦਾ ਕਿ ਇਹ ਸਭ ਕੁਝ ਪਹਿਲਾਂ ਵੀ ਉਹਨਾਂ ਦੇ ਅੰਦਰ ਸੀ, ਪਰ ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਉਹਨਾਂ ਦੇ ਅੰਦਰੋਂ ਕਢਾਉਣਾ ਆਉਂਦਾ ਸੀ ਕਿ ਚੰਗਿਆਈਆਂ ਉਦੋਂ ਵੀ ਉਹਨਾਂ ਦੇ ਅੰਦਰ ਸਨ, ਕਿਉਂਕਿ ਹਮੇਸ਼ਾ ਉਹ ਘਰ ਨਾਲ ਜੁੜੇ ਰਹੇ, ਹਮੇਸ਼ਾ ਤੁਹਾਡੇ ਨਾਲ ਜੁੜੇ ਰਹੇ। ਕੋਈ ਸ਼ੱਕ ਨਹੀਂ, ਠੀਕ ਹੈਗਾ। ਪਰ ਤੁਹਾਡੀ ਅੱਖ 'ਚ ਸ਼ਾਇਦ ਕੋਈ ਫਰਕ ਸੀ ਜਾਂ ਕਿੱਦਾਂ ਸੀ, ਪਰ ਜ਼ਿੰਦਗੀ ਦੇ ਇਸ ਪੜਾਅ 'ਚ ਆ ਕੇ ਵੀ ਤੁਸੀਂ ਹੁਣ ਮਹਿਸੂਸ ਕਰਦੇ ਹੋ, ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਉਦੋਂ ਵੀ ਠੀਕ ਸੀ, ਇਹੋ ਜਿਹੀ ਗੱਲ ਨਹੀਂ ਹੈਗੀ। ਪਰ ਉਦੋਂ ਫਿਰ ਦੋਨੇ ਪਾਸੇ ਹੁੰਦਾ, ਇਹੋ ਜਿਹੀ ਗੱਲ ਨਹੀਂ ਹੈ। ਬੰਦਾ ਕਹਿੰਦਾ ਨਹੀਂ ਜੀ ਵੀ ਹਮ ਹੀ ਹਮ ਹੈ। ਉਹ ਫਿਰ ਉਸ ਲਈ ਕੀ ਹੈ, ਉਮਰ ਵੀ ਹੁੰਦੀ ਹੈ ਤੇ ਮਾਂ ਬਾਪ ਹੀ ਸਿਰ ਤੇ ਬੈਠੇ ਹੁੰਦੇ, ਹੌਲੀ ਹੌਲੀ ਉਮਰ ਵੀ ਢਲ ਲੱਗ ਪੈਂਦੀ ਹੈ। ਮਾਂ ਬਾਪ ਦਾ ਸਹਾਰਾ ਛਾਇਆ ਜਿਹੜਾ ਉਹ ਵੀ ਉੱਠ ਜਾਂਦਾ। ਫਿਰ ਬੰਦਾ ਕੱਲਾ ਜਿਹਾ ਫਿਰ ਫੀਲ ਕਰਦਾ ਵੀ ਨਹੀਂ ਯਾਰ ਇਹਨੂੰ ਮੇਰੀ ਲੋੜ ਆ, ਉਹ ਕਹਿੰਦਾ ਹਾਂ ਇਹਨੂੰ ਮੇਰੀ ਲੋੜ ਆ। ਉਹ ਫਿਰ ਥੋੜੀ ਜਿਹੀ ਅੰਡਰਸਟੈਂਡ, ਕੋਈ ਉਮਰ ਦਾ ਤਜਰਬਾ ਵੀ ਹੋ ਜਾਂਦਾ, ਉਹ ਤੋਂ ਵੀ ਥੋੜੀ ਸਮਝ ਆ ਜਾਂਦੀ ਹੈ। ਤੇ ਪਰ ਇਹ ਹੈ ਵੀ ਹੁਣ ਮੈਂ ਮਹਿਸੂਸ ਕਰਦਾ ਹਾਂ ਕਿ ਸੱਚੀ ਢਲਦੀ ਉਮਰ 'ਚ ਤੀਵੀਂ ਆਦਮੀ ਇੱਕ ਦੂਸਰੇ ਦੇ ਪੂਰਕ ਨੇ, ਇੱਕ ਦੂਸਰੇ ਦੇ ਸਹਾਰੇ ਲਈ ਬਹੁਤ ਜ਼ਰੂਰੀ, ਦੋਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਦੇਖਿਆ ਮੈਂ ਕਈ ਬੰਦੇ, ਮੈਨੂੰ ਯਾਦ ਆਉਂਦਾ ਕਿ ਅਜੈਬ ਉਹਨਾਂ ਦੇ ਘਰੋਂ ਜਦੋਂ ਤੁਰੇ, ਅਸੀਂ ਉਹਨਾਂ ਨੂੰ ਬੇਬੇ ਕਹਿੰਦੇ ਹੁੰਦੇ ਸੀ। ਤੇ ਲੁਧਿਆਣੇ ਇੱਕ ਮਹਿੰਦਰ ਸਿੰਘ ਚੀਮਾ ਹੁੰਦੇ ਸੀਗੇ ਪ੍ਰੋਫੈਸਰ, ਬੜੇ ਬੇਬਾਕ ਬੋਲਣ ਵਾਲੇ, ਬੜੇ ਸਿੱਧੇ ਤੰਜ ਕੱਸਣ ਵਾਲੇ, ਸੁਝਾਅ ਦੇਣ ਵਾਲੇ, ਨੁਕਸ ਕੱਢਣ ਵਾਲੇ। ਤੇ ਗਏ, ਅਸੀਂ ਬੈਠੇ, ਉੱਠ ਕੇ ਤੁਰਨ ਲੱਗੇ ਤਾਂ ਅਜੈਬ ਹੋਣੀ ਵੀ ਉੱਠ ਕੇ ਤੁਰੇ, ਹੌਲੀ ਜਿਹੀ ਹੁੰਗਾ ਜਿਹਾ ਮਾਰਦੇ। ਤੇ ਮਹਿੰਦਰ ਸਿੰਘ ਚੀਮਾ ਉਹਨਾਂ ਨੇ ਨਾ ਸਿੱਧੇ ਕਿਹਾ, ਦੇਖ ਹੋਏ ਅਜੈਬ, ਐਵੇਂ ਨਾ ਕਹਿੰਦਾ ਹੁਣ ਝੂਰੀ ਜਾਏ, ਨਿਆਣੇ ਸਿਆਣੇ ਹੈਗੇ ਆ, ਪੁੱਤ ਵੱਡੇ ਵੱਡੇ ਹੈਗੇ, ਕਹਿਣਗੇ ਤੀਵੀਂ ਲਈ ਝੂਰਦਾ। ਪਰ ਇਹ ਹੈ ਵੀ ਝੂਰਨਾ ਹੁੰਦਾ ਹੈ, ਭਾਵੇਂ ਤੁਸੀਂ ਲੱਖ ਕਹੀ ਜਾਓ। ਉਹ ਜਦੋਂ ਬੰਦਾ ਇਕੱਲਾ ਰਹਿ ਜਾਂਦਾ ਨਾ, ਫਿਰ ਉਹ ਚੰਗਿਆਈਆਂ ਹੀ ਨਜ਼ਰ ਆਉਂਦੀਆਂ, ਬੁਰਾਈਆਂ ਫਿਰ ਬਿਲਕੁਲ ਨਜ਼ਰ ਨਹੀਂ ਆਉਂਦੀਆਂ।
ਤੇ ਲੋੜ ਵੀ ਹੁੰਦੀ ਹੈ ਵਡੇਪੇ। ਬੁਰਾਈ ਪਹਿਲਾਂ ਵੀ ਕੋਈ ਨਹੀਂ ਸੀ ਹੈਗੀ। ਹੁਣ ਚਲੋ ਉਹ ਇਸ ਚੀਜ਼ ਨੂੰ ਤੁਹਾਨੂੰ ਬਹੁਤਾ ਜ਼ੋਰ ਨਾ ਦਿਓ, ਦੋਨੇ ਪਾਸੇ ਬੁਰਾਈਆਂ ਨਹੀਂ ਸੀਗੀਆਂ, ਜੇ ਬੁਰਾਈਆਂ ਸੀਗੀਆਂ ਬਾਕੀ ਠੀਕ ਹੈ। ਤੇ ਪਰ ਇਹ ਆ ਵੀ ਵਡੇਪੇ 'ਚ ਤੀਵੀਂ ਆਦਮੀ ਦਾ ਇੱਕ ਦੂਸਰੇ ਕੋਲ ਹੋਣਾ ਆਤਾ ਹੈ। ਸਭ ਤੋਂ ਵੱਡਾ ਆਸਰਾ ਹੁਣ ਆਪਣੀ ਪਤਨੀ ਦਾ ਹੁੰਦਾ ਹੈ, ਜਿਹੜਾ ਤੁਸੀਂ ਐਕਸੈਪਟ ਕੀਤਾ। ਤੇ ਮੈਨੂੰ ਇਹ ਤੋਂ ਵੱਧ ਹੋਰ ਖੁਸ਼ੀ ਕੋਈ ਨਹੀਂ ਹੈਗੀ। ਬੜੀ ਬੜੀ ਪਿਆਰੀ ਬੱਚੀ ਹੈ, ਪੁਸ਼ਪੀ ਨਾਂ ਉਹਦਾ। ਔਰ ਸਾਡੀਆਂ ਨਿਗਾਹਾਂ 'ਚ ਤਾਂ ਅਜੇ ਵੀ ਉਹ ਨਿੱਕੀ ਜਿਹੀ, ਸਾਡੀਆਂ ਨਿਗਾਹਾਂ 'ਚ ਇਦਾਂ ਹੀ ਨਿੱਕੀ ਜਿਹੀ ਹੈ। ਪਹਿਲੇ ਤਾਂ ਗੱਲ ਸਾਨੂੰ ਵਿਆਹ ਤੋਂ ਬੜਾ ਅਜੀਬ ਲੱਗਦਾ ਹੁੰਦਾ ਸੀ, ਜਦੋਂ ਕਿਤੇ ਕੋਈ ਵਿਆਹ ਦਾ ਵਧਾਈ ਦਾ ਕੋਈ ਗਾਣਾ ਬਾਬਲ ਕੀ ਦੁਆएं ਲੈਤੀ ਜਾਂ ਉਹ ਕੁੜੀ ਕੀ ਹੈਗੀ ਪੰਜਾਬੀ ਗਾਇਕਾ ਹੈ, ਮੇਰੀਆਂ ਗੁੱਡੀਆਂ ਪਟੋਲੇ ਬਾਬਲ ਤੇਰੇ ਕਰ ਰਹਿ ਗਈਆਂ। ਅਸੀਂ ਜਦੋਂ ਕਿਤੇ ਸੁਣਦੇ ਹੁੰਦੇ ਤੇ ਬੜਾ ਹੀ ਦੁੱਖ ਲੱਗਦਾ, ਬੜਾ ਸੋਚ ਵਿੱਚ ਪੈ ਜਾਂਦਾ ਸੀ ਵੀ ਇਹ ਸਮਾਂ ਸਾਡੇ ਤੇ ਵੀ ਆਉਣਾ ਹੈ, ਕਿੱਦਾਂ ਇਸ ਸਮੇਂ 'ਚ ਕਿੱਦਾਂ ਲੰਘਾਂਗੇ। ਪਰ ਉਹ ਸਭ ਕੁਝ ਹੋ ਗਿਆ, ਗੁੜੀਆ ਵਿਆਹ ਦਿੱਤੀ, ਵਿਆਹੀ ਗਈ। ਹੁਣ ਅਸੀਂ ਤੁਹਾਡੀਆਂ ਨਜ਼ਮਾਂ ਵੱਲ ਆਉਂਦੇ ਹਾਂ। ਆਪਣੀਆਂ 2-4 ਬਹੁਤ ਖੂਬਸੂਰਤ ਨਜ਼ਮਾਂ ਸਾਡੇ ਨਾਲ ਸਾਂਝੀਆਂ ਕਰੋ। ਖੂਬਸੂਰਤ ਖੈਰ ਸਾਰੀਆਂ ਹੁੰਦੀਆਂ ਇੱਕ ਕਵੀ ਵਾਸਤੇ, ਪਰ ਜਿਹੋ ਜਿਹੇ ਮਾਹੌਲ ਦੀ ਅਸੀਂ ਗੱਲ ਕਰਦੇ ਹਟੇ ਹਾਂ ਵੀ ਅੱਜ ਕੱਲ੍ਹ ਦੇ ਬੱਚੇ ਕੀ ਹੈ ਤੇ ਮਾਂ-ਬਾਪ ਕੀ ਹੈ, ਮੈਂ ਆਪਣੇ ਫਾਦਰ ਸਾਹਿਬ ਵਾਸਤੇ ਐਵੇਂ ਲਿਖਦੇ ਮਾੜੀ ਗੱਲ ਲਿਖਦੇ ਉਹ ਲੰਬੀ ਨਜ਼ਮ ਬਣ ਗਈ। ਤੇ ਉਹ ਮੈਂ ਜਿੱਥੇ ਵੀ ਸੁਣਾਈ ਹੈ, ਉਹ ਸੁਣਨ ਵਾਲਿਆਂ ਨੂੰ ਸੁਣਨ ਤੋਂ ਬਾਅਦ ਇਹ ਕਿਹਾ ਕਿ ਨਹੀਂ ਯਾਰ ਇਹ ਤੇਰੇ ਬਾਪੂ ਦੀ ਗੱਲ ਨਹੀਂ, ਇਹ ਤਾਂ ਸਾਡੇ ਬਾਪੂ ਦੀ ਗੱਲ ਹੈ। ਇਹਦਾ ਮਤਲਬ ਪੁਰਾਣੇ ਸਮੇਂ 'ਚ ਸਭ ਬਾਪੂ ਇੱਕੋ ਤਰ੍ਹਾਂ ਦੇ ਹੁੰਦੇ ਸੀ, ਅੜਬ ਵੀ ਹੁੰਦੇ ਸੀ, ਡਰਾਉਂਦੇ ਵੀ ਸੀ, ਝਿੜਕਾ ਵੀ ਮਾਰਦੇ ਸੀ, ਤੇ ਅਸੀਂ ਲੋਕ ਮੋਰੇ ਦੌੜਦੇ ਵੀ ਡਰਦੇ ਵੀ ਸੀ। ਤੇ ਜਿਹੜਾ ਕਿ ਮਾਹੌਲ ਅੱਜ ਕੱਲ੍ਹ ਦੇਖਣ ਨੂੰ ਨਹੀਂ ਮਿਲਦਾ। ਨਜ਼ਮ ਦਾ ਨਾਂ ਹੀ ਮੇਰਾ ਹੈ ਸਾਡਾ ਬਾਪੂ। ਇਹ ਕਿ ਗਰਮੀਆਂ ਦੀਆਂ ਸੁਖਦ ਹਵਾਵਾਂ ਤੇ ਸਰਦੀਆਂ ਦੀਆਂ ਠੰਡੀਆਂ ਯਖ ਸਵੇਰਾਂ 'ਚ ਜਦ ਹੋਰ ਸੌਣ ਨੂੰ ਦਿਲ ਕਰਦਾ, ਬਾਪੂ ਦੀ ਮੋਹ ਭਿੱਜੀ ਰੇਸ਼ਮੀ ਜਿਹੀ ਆਵਾਜ਼ ਸੁਣਾਈ ਦਿੰਦੀ, ਪੁੱਤ ਉੱਠੋ ਸਵੇਰਾ ਹੋ ਗਿਆ। ਪੁੱਤ ਉੱਠੋ ਸਵੇਰਾ ਹੋ ਗਿਆ। ਅਸੀਂ ਸਾਰੇ ਭੈਣਾਂ ਭਰਾ ਬਿਸਤਰਿਆਂ ਵਿੱਚ ਹੋਰ ਘੁਸੜ ਕੇ ਸੌ ਜਾਂਦੇ, ਬਾਪੂ ਦੀ ਆਵਾਜ਼ ਜਿਵੇਂ ਕਿਸੇ ਨੂੰ ਸੁਣਾਈ ਨਾ ਹੋਵੇ, ਸੁਣਾਈ ਨਾ ਦਿੱਤੀ ਹੋਵੇ। ਜਪਜੀ ਸਾਹਿਬ ਪੜ੍ਹਦਾ, ਡੰਗਰਾਂ ਦੀਆਂ ਖੁਰਲੀਆਂ ਵਿੱਚ ਹੱਥ ਮਾਰਦਾ, ਪਸ਼ੂਆਂ ਦੇ ਪਿੰਡਿਆਂ ਤੇ ਹੱਥ ਫੇਰਦਾ, ਬਾਪੂ ਦੂਜੇ ਗੜੇ ਆਉਂਦਾ ਤਾਂ ਬੋਲ ਕੋਈ ਸਖਤ ਹੁੰਦੇ। ਪਰ ਅਸੀਂ ਘੇਸਲ ਮਾਰੀ ਪੈ ਰਹਿੰਦੇ, ਇੱਕ ਦੂਜੇ ਵੱਲ ਵੇਂਦੇ ਕਿ ਪਹਿਲਾਂ ਕੌਣ ਉੱਠਦਾ। ਬਾਪੂ ਦੇ ਸਬਰ ਦਾ ਬੰਨ ਜਿਵੇਂ ਟੁੱਟ ਜਾਂਦਾ। ਠੀਕ ਠਾਕ ਪੱਠੇ ਖਾਂਦੀਆਂ ਮੱਝੀਆਂ ਗਾਈਆਂ ਨੂੰ ਐਵੇਂ ਕੁੱਟਣ ਲੱਗਦਾ। ਪਾੜ ਵਿੱਚੇ ਭੁੱਲ ਉਹ ਤਪਿਆ, ਤੀਜੇ ਗੇੜੇ ਆਉਂਦਾ, ਉਹਦੀ ਕੜਕਵੀਂ ਆਵਾਜ਼ ਕੰਨਾਂ ਵਿੱਚ ਇੰਝ ਛੂੰਹਦੀ ਜਿਵੇਂ ਬਿਜਲੀ ਦਾ ਕਰੰਟ। ਅਸੀਂ ਬੁੜਕ ਕੇ ਬਿਸਤਰਿਆਂ 'ਚੋਂ ਬਾਹਰ ਨਿਕਲਦੇ, ਇੱਧਰ ਉੱਧਰ ਲੁਕਣ ਦੀ ਕੋਸ਼ਿਸ਼ ਕਰਦੇ, ਉਹਦੇ ਤਮਾਉਂਦੇ ਚਿਹਰੇ ਤੋਂ ਡਰਦੇ। ਉਹਦਾ ਗੁੱਸਾ ਘੜੀਆਂ ਤੋਂ ਘੜੀਆਂ ਬਸ ਆਉਂਦਾ ਤੇ ਚਲੇ ਜਾਂਦਾ। ਉਹਦਾ ਗੁੱਸਾ ਬਸ ਘੜੀਆਂ ਤੋਂ ਘੜੀਆਂ ਆਉਂਦਾ ਤੇ ਚਲੇ ਜਾਂਦਾ। ਉਹ ਬੱਚੇ ਨੂੰ ਰੰਬੇ ਵਾਂਗ ਚੰਡਣ ਵਿੱਚ ਵਿਸ਼ਵਾਸ ਰੱਖਦਾ, ਪਰ ਚੰਡ ਦਾ ਘੱਟ ਬਹੁਤਾ ਪਿਆਰ ਦਾ। ਬਾਪੂ ਦਾ ਹਾਸਾ ਤੇ ਗੁੱਸਾ ਦੂਰ ਤੱਕ ਮਸ਼ਹੂਰ ਸੀ। ਕਦੇ ਗੁੱਸੇ 'ਚ ਗੜਗਦਾ ਤਾਂ ਘਰਦਿਆਂ ਦੇ ਨਾਲ ਗੁਆਂਢੀ ਵੀ ਖੱਲੀ ਖੁੰਜੀ ਵੜਦੇ, ਤੇ ਜਦ ਕਦੇ ਸਟੇਸ਼ਨ ਤੇ ਸਾਥੀਆਂ 'ਚ ਬੈਠਾ ਹੱਸਦਾ ਤਾਂ ਸਾਨੂੰ ਰੇਲਵੇ ਕੁਆਟਰਾਂ ਵਿੱਚ ਕੋਹ ਦੀ ਵਿੱਥ ਤੇ ਸੁਣਾਈ ਦਿੰਦਾ। ਬਾਪੂ ਤਾਂ ਨਿਰਾ ਅਖਰੋਟ ਸੀ, ਬਾਹਰੋਂ ਸਖਤ ਤੇ ਅੰਦਰੋਂ ਨਰਮ। ਸਮਾਂ ਬੜਾ ਨਿਰਦਈ ਹੈ, ਉਸ ਬੱਬਰ ਵਰਗੇ ਸ਼ੇਰ ਬੰਦੇ ਨੂੰ ਨਿਢਾਲ ਕਰ ਦਿੱਤਾ, ਬੇਹਾਲ ਕਰ ਦਿੱਤਾ। ਅਸੀਂ ਉਹਦੇ ਮੰਜੇ ਕੋਲ ਡਰਦੇ ਜਾਂਦੇ, ਡਰਦੇ ਕੋਈ ਗੱਲ ਕਰਦੇ, ਪਰ ਬਾਪੂ ਦਾ ਹੁਣ ਕਹਿੰਦਾ ਕੁਝ ਨਹੀਂ ਸੀ। ਤੇ ਫਿਰ ਬਾਪੂ ਤੁਰ ਗਿਆ। ਬੇਬੇ ਜਿਹੜੀ ਸਾਰੀ ਉਮਰ ਉਸ ਤੋਂ ਧਮਕੀ ਤੇ ਕਾਂ ਵਾਂਗ ਰਹੀ ਸੀ ਡਰਦੀ, ਪਰਦਿਆਂ ਪਿੱਛੇ ਕੰਧ ਓਲੇ ਲੱਗ ਕੇ ਦਰਵਾਜ਼ਿਆਂ ਨਾਲ ਬੁੜਬੁੜ ਕਰਦੀ ਸੀ। ਉਮਰ ਬੁੜਬੁੜ ਕਰਦੀ ਦੀ ਉਮਰ ਸੀ ਬੀਤ ਗਈ।
ਗੱਲ ਉਹਦੇ ਤੁਰ ਜਾਣ ਦੀ ਹੁਣ ਤੱਕ ਨਹੀਂ ਮੰਨਦੀ। ਜਦ ਕਦੇ ਪੋਤੇ ਪੋਤੀਆਂ ਕਰਦੇ ਨੇ ਸ਼ਰਾਰਤ ਤਾਂ ਬੇਬੇ ਸ਼ਿਕਾਇਤ ਲਾਉਣ ਵਾਂਗ ਕਹਿੰਦੀ ਹੈ, ਆ ਲੈਣ ਦਿਓ ਤੁਹਾਡੇ ਬਾਪੂ ਨੂੰ, ਉਹ ਲਵੇਗਾ ਤੁਹਾਡੀ ਖਬਰ। ਬੇਬੇ ਦੇ ਭੁਲੱਕੜਪਨ ਉੱਤੇ ਗੁੱਸਾ ਵੀ ਆਉਂਦਾ ਹੈ ਤੇ ਹਾਸਾ ਵੀ। ਪੋਤਿਆਂ ਦੀ ਉਸ ਸ਼ਿਕਾਇਤ ਕੀ ਲਾਣੀ, ਉਸ ਤਾਂ ਕਦੇ ਪੁੱਤਾਂ ਦੀ ਵੀ ਨਾ ਲਾਈ ਸ਼ਿਕਾਇਤ ਬਾਪੂ ਕੋਲ ਸਾਰੀ ਉਮਰੇ। ਬੇਬੇ ਦੀ ਛੱਡੋ, ਸੱਚ ਤਾਂ ਇਹ ਹੈ ਕਿ ਬਾਪੂ ਭੁੱਲ ਨਹੀਂ ਸਕਿਆ ਅਸਾਂ ਸਭਨਾਂ ਨੂੰ। ਕਬੀਲਦਾਰੀ ਤੇ ਰੋਜ਼ਗਾਰ ਦੇ ਝੰਜਣਾ ਵੇਲੇ ਤਾਂ ਉਹ ਹੋਰ ਵੀ ਸ਼ਿੱਦਤ ਨਾਲ ਯਾਦ ਆਉਂਦਾ ਹੈ। ਹਰ ਮੁਸੀਬਤ ਵੇਲੇ ਉਹ ਡਿੱਗ ਖੜਾ ਰਿਹਾ ਝੱਖੜ ਵਿੱਚ, ਅਡੋਲ ਖਲੋਤੇ ਦਰਖਤ ਦੀ ਤਰ੍ਹਾਂ। ਮੁਸੀਬਤਾਂ ਜਿਹੜੀਆਂ ਸਾਨੂੰ ਨੇ ਡਰਾਉਂਦੀਆਂ, ਭਿਆਨਕ ਰੂਪ ਧਾਰ ਨੇ ਆਉਂਦੀਆਂ, ਬਾਪੂ ਨੇ ਤਾਂ ਚੁਟਕੀ ਵਿੱਚ ਸੀ ਸੁਲਝਾਉਣੀਆਂ। ਅਨੇਕ ਗੁਣਾਂ ਤੇ ਅਥਾਹ ਵਿਸ਼ਵਾਸ ਨਾਲ ਭਰਿਆ, ਜ਼ਿੰਦਗੀ ਧੜੱਲੇ ਨਾਲ ਜਿਉਂਦਾ ਉਹ ਸ਼ਖਸ ਹਵਾ ਵਿੱਚ ਹਵਾ ਹੋ ਸਕਦਾ ਹੈ? ਯਕੀਨ ਨਹੀਂ ਆਉਂਦਾ। ਬਾਪੂ ਤਾਂ ਲੱਭਿਆ ਵੀ ਨਹੀਂ ਲੱਭਦਾ, ਬਾਪੂ ਤਾਂ ਕਿਤੇ ਨਜ਼ਰ ਹੀ ਨਹੀਂ ਆਉਂਦਾ। ਉਹ ਕਿੱਥੇ ਚਲਾ ਗਿਆ ਹੈ? ਮੂਕ ਭਾਸ਼ਾ 'ਚ ਅਸੀਂ ਬੇਬੇ ਨੂੰ ਪੁੱਛਦੇ ਹਾਂ, ਉਹ ਕਿੱਥੇ ਚਲਾ ਗਿਆ ਹੈ? ਮੂਕ ਭਾਸ਼ਾ ਵਿੱਚ ਅਸੀਂ ਬੇਬੇ ਨੂੰ ਪੁੱਛਦੇ ਹਾਂ, ਬੇਬੇ ਸਾਨੂੰ ਪੁੱਛਦੀ ਹੈ, ਜਵਾਬ ਕਿਸੇ ਦੇ ਹੱਥ ਨਹੀਂ ਆਉਂਦਾ। ਕਿ ਵਾਦਾ ਤੇਰਾ ਭਾਵੇਂ ਲਾਰਾ ਹੋ ਗਿਆ, ਹੋ ਗਿਆ ਆਪਣਾ ਗੁਜ਼ਾਰਾ ਹੋ ਗਿਆ। ਵਾਦਾ ਤੇਰਾ ਭਾਵੇਂ ਲਾਰਾ ਹੋ ਗਿਆ, ਹੋ ਗਿਆ ਆਪਣਾ ਗੁਜ਼ਾਰਾ ਹੋ ਗਿਆ। ਕਹਿਣ ਨੂੰ ਇੱਕ ਝਲਕ ਸੀ ਮਹਿਬੂਬ ਦੀ, ਕਹਿਣ ਨੂੰ ਇੱਕ ਝਲਕ ਸੀ ਮਹਿਬੂਬ ਦੀ, ਪਰ ਇਹ ਤਾਂ ਜੰਨਤ ਦਾ ਨਜ਼ਾਰਾ ਹੋ ਗਿਆ। ਬਹੁਤ ਵਧੀਆ। ਪਰ ਇਹ ਤਾਂ ਜੰਨਤ ਦਾ ਨਜ਼ਾਰਾ ਹੋ ਗਿਆ। ਮੁਸਕਰਾ ਕੇ ਵੇਖਿਆ ਉਸ ਮੇਰੇ ਵੱਲ, ਮੁਸਕਰਾ ਕੇ ਵੇਖਿਆ ਉਸ ਮੇਰੇ ਵੱਲ, ਮੈਂ ਉਹਦਾ ਸਾਰੇ ਦਾ ਸਾਰਾ ਹੋ ਗਿਆ। ਮੈਂ ਉਹਦਾ ਸਾਰੇ ਦਾ ਸਾਰਾ ਹੋ ਗਿਆ। ਗੱਲ ਸੁਣਾ ਕੇ ਦਿਲ ਦੀ ਹੌਲਾ ਹੋਣਾ ਸੀ, ਗੱਲ ਸੁਣਾ ਕੇ ਦਿਲ ਦੀ ਹੌਲਾ ਹੋਣਾ ਸੀ। ਐਪਰਾਂ ਦਿਲ ਹੋਰ ਭਾਰਾ ਹੋ ਗਿਆ, ਐਪਰਾਂ ਦਿਲ ਹੋਰ ਭਾਰਾ ਹੋ ਗਿਆ। ਤੇ ਸ਼ੇਰ ਹੈ ਕਿ ਮੁੱਦਤਾਂ ਪਿੱਛੋਂ ਜੋ ਆਇਆ ਤੇਰਾ ਖਤ, ਮੁੱਦਤਾਂ ਪਿੱਛੋਂ ਜੋ ਆਇਆ ਤੇਰਾ ਖਤ, ਡੁੱਬਦੀ ਬੇੜੀ ਨੂੰ ਸਹਾਰਾ ਹੋ ਗਿਆ। ਡੁੱਬਦੀ ਬੇੜੀ ਨੂੰ, ਡੁੱਬਦੀ ਬੇੜੀ ਦਾ ਸਹਾਰਾ ਹੋ ਗਿਆ। ਤੇ ਸ਼ੇਰ ਹੈ ਕਿ ਜਿਸ ਵੀ ਪੱਥਰ ਤੇ ਮਾਰੀ, ਜਿਸ ਵੀ ਪੱਥਰ ਤੇ ਨਜ਼ਰ ਫੇਰੀ ਤੁਸਾਂ, ਜਿਸ ਵੀ ਪੱਥਰ ਤੇ ਨਜ਼ਰ ਫੇਰੀ ਤੁਸਾਂ, ਉਹ ਤਾਂ ਬਸ ਚਾਨਣ ਮਨਾਰਾ ਹੋ ਗਿਆ। ਜਿਸ ਵੀ ਪੱਥਰ ਤੇ ਨਜ਼ਰ ਫੇਰੀ ਤੁਸਾਂ, ਉਹ ਤਾਂ ਚਾਨਣ ਮਨਾਰਾ ਹੋ ਗਿਆ। ਤੇ ਸ਼ੇਰ ਦੇਖਣਾ ਕਿ ਇਸ਼ਕ ਤੋਂ ਕੀਤੀ ਸੀ ਤੋਬਾ ਵੇਖ ਲਓ, ਇਸ਼ਕ ਤੋਂ ਕੀਤੀ ਸੀ ਤੋਬਾ ਵੇਖ ਲਓ, ਹਾਦਸਾ ਉਹੀ ਦੁਬਾਰਾ ਹੋ ਗਿਆ। ਹਾਦਸਾ ਉਹੀ ਦੁਬਾਰਾ ਹੋ ਗਿਆ। ਤੇ ਮਤਲਬ ਹੈ ਕਿ ਇਸ਼ਕ ਦਾ ਇੱਕ ਇਹ ਵੀ ਪਹਿਲੂ ਹੈ ਪ੍ਰੀਤ, ਇਸ਼ਕ ਦਾ ਇੱਕ ਇਹ ਵੀ ਪਹਿਲੂ ਹੈ ਪ੍ਰੀਤ, ਜਿਸ ਵੀ ਕੀਤਾ ਉਹ ਨਕਾਰਾ ਹੋ ਗਿਆ, ਜਿਸ ਵੀ ਕੀਤਾ ਉਹ ਨਕਾਰਾ ਹੋ ਗਿਆ। ਵਾਦਾ ਤੇਰਾ ਭਾਵੇਂ ਲਾਰਾ ਹੋ ਗਿਆ, ਹੋ ਗਿਆ ਆਪਣਾ ਗੁਜ਼ਾਰਾ ਹੋ ਗਿਆ। ਕਿਹੜੀਆਂ ਕਿਹੜੀਆਂ ਕਿਤਾਬਾਂ ਲਿਖੀਆਂ, ਕਿਹੜੇ ਕਿਹੜੇ ਕੋ ਆਨਰ ਮਿਲੇ ਤੁਹਾਡੇ ਨੂੰ? ਕਿਤਾਬਾਂ ਦੇ ਮਾਮਲੇ 'ਚ, ਛਪਾਉਣ ਦੇ ਮਾਮਲੇ 'ਚ ਮੈਂ ਬਹੁਤ ਘੌਲੀ ਬੰਦਾ। ਇਹ ਜਿਹੜੀ ਚੀਜ਼ ਬੋਟੀਆਂ, ਇਹਦੇ ਵਿੱਚ ਵੀ ਜੋ ਆਪਣੀ ਵੱਲੋਂ ਮੈਂ ਲਿਖਿਆ ਉਹ ਇਹੀ ਲਿਖਿਆ ਕਿ ਕਿੰਨੀ ਦੇਰ ਹੁੰਦੀ ਰਹੀ, ਹਸਨਪੁਰੀ ਵਰਗੇ, ਸਰਦਾਰ ਪੰਛੀ ਵਰਗੇ, ਬਸ ਇਹੀ ਜਦ ਵੀ ਮਿਲਣਾ ਛਪਾਓ ਵੀ ਛਪਾਓ ਵੀ। ਤਾਂ ਬੜੀ ਮੁਸ਼ਕਿਲ ਨਾਲ ਇੱਕ ਕਿਤਾਬ ਆਈ, ਦੂਜੀ ਤੀਜੀ ਤਿਆਰ ਪਈਆਂ, ਲੇਕਿਨ ਸਿਰਫ ਇੱਕ ਇੱਕ ਨਜ਼ਰ ਮਾਰ ਕੇ ਉਹਨਾਂ ਨੂੰ ਪ੍ਰੈਸ ਵਿੱਚ ਦੇਣ ਦੀ ਗੱਲ ਹੈਗੀ ਹੈ। ਤੇ ਉੱਦਾਂ ਕੋਈ ਮੰਗ ਲੈਂਦਾ ਹੈ, ਕਦੇ ਸਾਂਝੀਆਂ ਕਿਤੇ ਛਪ ਜਾਂਦੀਆਂ। ਜਾਂ ਸਾਡਾ ਗਜ਼ਲਮੰਦ ਸੀ, ਉਹਦੀ ਇੱਕ ਕਲਮਾਂ ਦੀ ਪਰਵਾਜ਼ ਸੀ, ਚੰਦ ਹੋਣਾ ਦੇ ਰਹਿਨਮਾਈ 'ਚ ਹੋਈ। ਜਾਂ ਹੋਰ ਕਈ ਥਾਵਾਂ 'ਤੇ ਸਾਂਝੇ ਤੌਰ 'ਤੇ ਕਈ ਥਾਂ ਸੰਗ੍ਰਹਿ ਹੈਗੇ ਆ। ਤੇ ਸਨਮਾਨਾਂ ਦੇ ਮਾਮਲੇ 'ਚ ਮੈਂ ਬਿਲਕੁਲ ਵਿਸ਼ਵਾਸ ਹੀ ਨਹੀਂ ਰੱਖਦਾ, ਨਾ ਹੀ ਕਦੀ ਸੋਚਿਆ ਤੇ ਨਾ ਹੀ ਇਹਦੇ ਲਈ ਕਦੀ ਕੋਸ਼ਿਸ਼ ਕੀਤੀ ਹੈ। ਜੋ ਟ੍ਰੈਂਡ ਅੱਜ ਕੱਲ੍ਹ ਚੱਲਦਾ ਪਿਆ, ਪੰਜਾਬੀ ਗਜ਼ਲ ਮੰਚ ਰਜਿਸਟਰਡ ਪੰਜਾਬ ਫਲੋਰ, ਜਿਹੜਾ ਕਿ ਜੇ ਕਿਹਾ ਜਾਵੇ ਕਿ ਤੁਸੀਂ ਉਹਦੇ ਕਰਤਾ ਧਰਤਾ ਹੋ, ਜਦ ਇੱਥੋਂ ਹੀ ਸ਼ੁਰੂ ਹੋਇਆ ਫਲੋਰ ਤੋਂ, ਕਿਉਂਕਿ ਰਣਧੀਰ ਸਿੰਘ ਚੰਦ ਜਿਨ੍ਹਾਂ ਨੇ ਇਹ ਸ਼ੁਰੂ ਕੀਤੀ ਸੀ ਇਹ ਸਭਾ, ਔਰ ਇੰਨੇ ਹੀ ਪੰਜਾਬ ਵਿੱਚ ਸਾਹਿਤਕ ਹਲਕਿਆਂ ਵਿੱਚ ਬੜੀ ਫੈਲੀ ਔਰ ਬੜਾ ਵੱਡਾ ਨਾਮ ਕਮਾਇਆ ਇਸਨੇ। ਔਰ ਉਹਦੇ ਵਿੱਚ ਤੁਸੀਂ ਨਾਮਾਵਰ ਸ਼ਾਇਰਾਂ ਨੂੰ, ਨਾਮਾਵਰ ਲੇਖਕਾਂ ਨੂੰ ਔਰ ਸਾਹਿਤਕ ਰੁਚੀਆਂ ਨਾਲ ਸੰਬੰਧ ਰੱਖਣ ਵਾਲੇ
ਵਿਅਕਤੀਆਂ ਨੂੰ ਸਨਮਾਨ ਦਿੰਦੇ ਹੋ, ਉਹ ਵੀ ਤੁਹਾਡੀ ਜਿਹੜੀ ਸਿਲੈਕਸ਼ਨ ਆ ਉਹ ਬਾਕੀ ਸਨਮਾਨ ਦੇਣ ਵਾਲਿਆਂ ਨਾਲੋਂ ਵੱਖਰੀ ਹੁੰਦੀ ਹੈ। ਬਿਲਕੁਲ। ਔਰ ਤੁਸੀਂ ਬਹੁਤ ਸੋਚ ਸਮਝ ਕੇ ਸਨਮਾਨ ਦਿੱਤੇ ਆ। ਉਸ ਸਭਾ ਦਾ ਵੀ ਬੜਾ ਵੱਡਾ ਨਾਮ ਹੈ, ਉਹਦੇ ਤੁਸੀਂ ਸੀਨੀਅਰ ਮੀਤ ਪ੍ਰਧਾਨ ਹੋ। ਹਾਂਜੀ। ਤੇ ਬਹੁਤ ਹੀ ਅੱਛੀ ਸਭਾ ਪੰਜਾਬ ਵਿੱਚ ਚੱਲਦੀ ਆ, ਕਿਉਂਕਿ ਹਰ ਤੀਸਰੇ ਐਤਵਾਰ ਪੰਜਾਬੀ ਭਵਨ ਵਿੱਚ ਉਹਦੀ ਇੱਕ ਮੀਟਿੰਗ ਹੁੰਦੀ ਹੈ, ਛੋਟੀ ਜਿਹੀ ਪ੍ਰੋਗਰਾਮ ਹੁੰਦਾ ਛੋਟਾ ਜਿਹਾ, ਔਰ ਸਾਲ ਬਾਅਦ ਇੱਕ ਵੱਡਾ ਪ੍ਰੋਗਰਾਮ ਹੁੰਦਾ ਜਿਹਦੇ ਵਿੱਚ ਇਨਾਮ ਜਿਹੜੇ ਆ ਡਿਵਾਈਡ ਹੁੰਦੇ ਨੇ। ਔਰ ਹਰ ਵਾਰੀ ਜਿਹੜੀ ਇਨਾਮਾਂ ਦੀ ਸਿਲੈਕਸ਼ਨ ਆ ਉਹ ਬਹੁਤ ਸਲਾਹੁਣਯੋਗ ਹੈ। ਬਿਲਕੁਲ। ਇਹ ਵੀ ਤੁਹਾਡੀ ਹੀ ਪ੍ਰਾਪਤੀ ਕਹੀ ਜਾ ਸਕਦੀ ਹੈ ਨਾ। ਨਹੀਂ, ਰਲ ਮਿਲ ਕੇ ਹੈ, ਪਰ ਇਹ ਹੈ ਵੀ ਇਹ ਬਿਲਕੁਲ ਸਹੀ ਹੈ ਕਿ ਬਹੁਤ ਵਾਰੀ ਜਿਸ ਬੰਦੇ ਨੂੰ, ਜਿਸ ਲੇਖਕ ਨੂੰ ਜਾਂ ਜਿਸ ਸ਼ਾਇਰ ਨੂੰ ਅਸੀਂ ਇਨਾਮ ਦਿੰਦੇ ਹਾਂ ਜਾਂ ਚੁਣਦੇ ਹਾਂ, ਉਹਨੂੰ ਅਖਬਾਰ ਰਾਹੀਂ ਪਤਾ ਲੱਗਦਾ ਕਿ ਮੈਨੂੰ ਚੁਣਿਆ ਗਿਆ। ਨਹੀਂ ਤਾਂ ਬਹੁਤ ਵਾਰੀ ਬਹੁਤ ਇਨਾਮਾਂ ਵਾਸਤੇ ਤਿਗੜਾਂ ਬਾਜ਼ੀਆਂ ਲੱਗਦੀਆਂ, ਸਾਰਾ ਕੁਝ ਹੁੰਦਾ ਹੈ। ਕਈਆਂ ਨੂੰ ਕਿਹਾ ਜਾਂਦਾ ਯਾਰ ਫਲਾਣੇ ਦਾ ਇਨਾਮ ਦਿੰਦੇ, ਜਿੱਦਾਂ ਅਸੀਂ ਮਾਰਚ ਅਪ੍ਰੈਲ ਵਿੱਚ, ਫਰਵਰੀ ਮਾਰਚ ਵਿੱਚ ਦੇਈਦਾ, ਅਤੇ ਦਸੰਬਰ ਦੇ ਵਿੱਚ ਇਹਦੀ ਤਿਆਰੀ ਕਰੀਦੀ ਹੈ, ਚੋਣ ਕਰੀਦੀ ਹੈ, ਅਤੇ ਕਈ ਬੰਦੇ ਫਿਰ ਅਪਰੋਚ ਲਾਉਣੀ ਸ਼ੁਰੂ ਕਰ ਦਿੰਦੇ ਆ। ਅਸੀਂ ਬਿਲਕੁਲ ਕੋਈ ਅਪਰੋਚ ਵਾਲੀ ਗੱਲ ਨਹੀਂ ਹੁੰਦੀ, ਔਰ ਕੋਈ ਕਿਸੇ ਸਲਾਹ ਜ਼ਰੂਰ ਅਸੀਂ ਲੈਂਦੇ ਹਾਂ। ਜਿਹੜੇ ਬੰਦੇ ਕਿਤਾਬਾਂ ਨਾਲ ਜੁੜੇ ਹੋਏ ਆ ਉਹਨਾਂ ਨੂੰ ਪੁੱਛੀਦਾ ਪੂਰੇ ਸਾਲ ਕੋਈ ਵਧੀਆ ਗਜ਼ਲ ਸੰਗ੍ਰਹਿ ਕਿਹੜਾ ਆਇਆ। ਇੱਕ ਦੋ ਇਨਾਮ ਅਸੀਂ ਦਿੰਦੇ ਹਾਂ, ਇੱਕ ਕਿਤਾਬ ਨੂੰ ਸਾਲ ਦੀ ਛਪੀ ਹੋਈ ਵਧੀਆ ਗਜ਼ਲ ਸੰਗ੍ਰਹਿ, ਤੇ ਇੱਕ ਸਮੁੱਚੀ ਰਚਨਾ ਤੇ। ਉਡੀਕਾਂ ਤੇਰੇ ਆਉਣੀਆਂ। ਸਾਡੇ ਨਾਲ ਬੈਠੇ ਹਨ ਉੱਘੇ ਸ਼ਾਇਰ ਜਗੀਰ ਸਿੰਘ ਪ੍ਰੀਤ ਦੇ ਪਤਨੀ ਸੁਨੀਤਾ ਜੀ। ਅਸੀਂ ਉਹਨਾਂ ਤੋਂ ਜਾਣਾਂਗੇ ਕਿ ਐਜ਼ ਏ ਪਤੀ ਦੇ ਤੌਰ ਤੇ ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਲਿਆ ਜ਼ਿੰਦਗੀ ਪਰ, ਤੇ ਹੁਣ ਐਸ ਜ਼ਿੰਦਗੀ ਦੇ ਪੜਾਅ ਤੇ ਕਿਸ ਤਰ੍ਹਾਂ ਫੀਲ ਕਰਦੇ ਹੋ ਤੁਸੀਂ? ਪਹਿਲਾਂ ਮੈਨੂੰ ਵੀ ਨਹੀਂ ਸੀ ਚੰਗਾ ਲੱਗਦਾ, ਹੁਣ ਮੈਨੂੰ ਆਪਣੀ ਇੱਜ਼ਤ ਮਹਿਸੂਸ ਹੁੰਦੀ ਹੈ। ਅੱਛਾ, ਬਹੁਤ ਵਧੀਆ। ਸ਼ਾਇਰ ਲਿਖਦੇ ਆ, ਮੇਰੀ ਵੀ ਇਹਦੇ ਨਾਲ ਇੱਜ਼ਤ ਬਣਦੀ। ਬਹੁਤ ਵਧੀਆ, ਬਹੁਤ ਵਧੀਆ। ਜ਼ਿੰਦਗੀ ਦੇ ਇਸ ਪੜਾਅ ਵਿੱਚ ਆ ਕੇ ਤੁਸੀਂ ਕਿੰਨੀ ਲੋੜ ਮਹਿਸੂਸ ਕਰਦੇ ਹੋ ਇੱਕ ਦੂਜੇ ਦੀ? ਹੁਣ ਅਸੀਂ ਇੱਕ ਦੂਜੇ ਦੀ ਬਹੁਤ ਜ਼ਿਆਦਾ ਲੋੜ ਮਹਿਸੂਸ ਕਰਦੇ ਹਾਂ। ਕਮੀ ਮਹਿਸੂਸ ਹੁੰਦੀ ਜਿਸ ਲਈ ਘਰ ਨਹੀਂ ਹੁੰਦੀ, ਜਾਂ ਮੈਂ ਘਰ ਨਹੀਂ ਹੁੰਦੀ ਤੇ ਇਹ ਮਹਿਸੂਸ ਕਰਦੇ। ਸਾਨੂੰ ਦੋਨਾਂ ਨੂੰ ਇੱਦਾਂ ਲੱਗਦਾ ਕਿ ਅਸੀਂ ਇੱਕ ਦੂਜੇ ਤੋਂ ਬਿਨਾਂ ਅਧੂਰੇ। ਉਡੀਕਾਂ ਤੇਰੇ ਆਉਣੀਆਂ। ਇਹ ਸਨ ਜਗੀਰ ਸਿੰਘ ਪ੍ਰੀਤ ਜੀ, ਜਿਨ੍ਹਾਂ ਨੂੰ ਸਾਰੇ ਸਾਹਿਤ ਵਿੱਚ ਪ੍ਰੀਤ ਕਿਹਾ ਜਾਂਦਾ ਹੈ। ਔਰ ਉਹਨਾਂ ਦੀ ਜ਼ਿੰਦਗੀ ਬਾਰੇ ਜਾਣ ਕੇ, ਉਹਨਾਂ ਦੇ ਸਾਹਿਤਕ ਫੀਲਡ ਬਾਰੇ ਜਾਣ ਕੇ, ਔਰ ਉਹਨਾਂ ਦੇ ਕੰਮ ਬਾਰੇ ਜਾਣ ਕੇ ਬਹੁਤ ਹੀ ਪਾਠਕਾਂ ਨੂੰ ਅੱਛਾ ਲੱਗਾ। ਔਰ ਆਜ਼ਾਦ ਰੰਗਮੰਚ ਕਲਾ ਭਵਨ ਫਗਵਾੜਾ ਵੀ ਤੁਹਾਡੇ ਬੜੇ ਧੰਨਵਾਦੀ ਹੈ, ਜਿਨ੍ਹਾਂ ਨੇ ਤੁਸੀਂ ਸਾਡੇ ਲਈ, ਸਾਡੇ ਉਡੀਕਾਂ ਪ੍ਰੋਗਰਾਮ ਲਈ ਵਕਤ ਕੱਢਿਆ। ਮਿਹਰਬਾਨੀ। ਉਡੀਕਾਂ 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 ਤੇਰੇ ਆਉਣੀਆਂ। ਉਡੀਕਾਂ 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 ਤੇਰੇ ਆਉਣੀਆਂ। ਉਡੀਕਾਂ